ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਆਪ ਸੰਗਤਾਂ ਰੋਜ਼ਾਨਾ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਮਨ ਬਿਰਤੀਆਂ ਨੂੰ ਇਕਾਗਰ। ਰਸਨਾਵਾਂ ਪਵਿੱਤਰ ਕਰਦੇ ਹਾਂ। ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਕਿਸੋ ਕਿਸੋ ਕੁਕੀਐ। ਨਾ ਸੋਈਐ ਅਸਾਰ। ਰਾਤ ਦਿਵਸ ਕੇ ਕੁਕਨੇ। ਕਬਹੂ ਕੇ ਸੁਨੈ ਪੁਕਾਰ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਔਰ ਸਤਿਕਾਰ ਦੇ ਨਾਲ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਲੋਕ ਭਗਤ ਕਬੀਰ ਜੀਓ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1376 ਦੇ ਉੱਪਰ ਸੁਭਾਈਮਾਨ ਹੈ। ਇਸ ਸ਼ਲੋਕ ਤੋਂ ਪਹਿਲਾਂ ਆਪ ਸੰਗਤਾਂ 222 ਸ਼ਲੋਕਾਂ ਤੱਕ ਦੀ ਵਿਚਾਰ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੀਆਂ ਹੋ। ਅਗਲੇਰੇ 3 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ ਔਰ ਅੱਜ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਰੱਬ ਨੂੰ ਆਵਾਜ਼ ਮਾਰਨ ਦੀ ਇੱਕ ਜਾਚ ਜਿਹੜੀ ਉਹ ਸਿਖਾਈ ਹੈ।
ਜਿੱਥੇ ਆਵਾਜ਼ ਮਾਰਨ ਦੀ ਜਾਚ ਸਿਖਾ ਰਹੇ ਨੇ ਉੱਥੇ ਨਾਲ ਪਰਮਾਤਮਾ ਦੇ ਇੱਕ ਸਵਰੂਪ ਨੂੰ ਵੀ ਬਿਆਨ ਕੀਤਾ। ਇਹਨਾਂ ਦੋਵਾਂ ਬਾਤਾਂ ਦੇ ਨਾਲ ਨਾਲ ਇੱਕ ਬਾਤ ਉਹਨਾਂ ਹੋਰ ਸਿਖਾਈ ਕਿ ਜ਼ਿੰਦਗੀ ਦੇ ਅੰਦਰ ਕਦੇ ਅਵੇਸਲਾ ਨਾ ਹੋਵੇ। ਇਹ ਤਿੰਨ ਬਾਤਾਂ ਨੇ ਜਿਹੜੀਆਂ ਪਹਿਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਦੱਸ ਰਹੇ। ਇੱਕ ਤੇ ਉਹਨਾਂ ਪਰਮਾਤਮਾ ਦਾ ਸਵਰੂਪ ਬਿਆਨ ਕੀਤਾ, ਜਿੱਥੇ ਪ੍ਰਮਾਤਮਾ ਦਾ ਸਵਰੂਪ ਬਿਆਨ ਕਰ ਰਹੇ ਨੇ ਉੱਥੇ ਨਾਲ ਨਾਲ ਉਹਨਾਂ ਨੇ ਸਾਨੂੰ ਆਵਾਜ਼ ਮਾਰਨ ਦੀ ਇੱਕ ਜਾਚ ਸਿਖਾਈ, ਰੱਬ ਨੂੰ ਬੁਲਾਉਣਾ ਕਿਵੇਂ। ਜਿੱਥੇ ਰੱਬ ਨੂੰ ਆਵਾਜ਼ ਮਾਰਨ ਦੀ ਜਾਚ ਸਿਖਾ ਰਹੇ ਨੇ ਉੱਥੇ ਨਾਲ ਇਹ ਵੀ ਸਿਖਾ ਰਹੇ ਭਾਈ, ਕਦੇ ਵੀ ਚਾਹੇ ਰੱਬੀ ਚਿੰਤਨ ਵਿੱਚ ਬੈਠਣ ਦੀ ਬਾਤ ਹੈ, ਚਾਹੇ ਗੁਰੂ ਕੋਲ ਜਾਣ ਦੀ ਬਾਤ ਹੈ, ਗੁਰੂ ਦੇ ਦਰ ਤੇ ਆਉਣ ਦੀ ਬਾਤ ਹੈ, ਕੋਈ ਵੀ ਕਾਰਜ ਕਰਨ ਦੀ ਬਾਤ ਹੈ, ਤੇ ਕਦੇ ਅਵੇਸਲਾਪਨ ਨਾ ਵਰਤੀ। ਕਿਉਂਕਿ ਜੇ ਅਵੇਸਲਾ ਹੋ ਜਾਏਗਾ ਤੇ ਹੋ ਸਕਦਾ ਤੇਰਾ ਬਣਿਆ ਹੋਇਆ ਕਾਰਜ ਵੀ ਵਿਗੜ ਜਾਏ। ਜੇ ਅਵੇਸਲਾ ਹੋ ਗਿਆ ਹੋ ਸਕਦਾ ਹੈ ਕਿ ਸੱਜਣਾ ਤੂੰ ਬਰਬਾਦ ਤੱਕ ਹੋ ਜਾਏ। ਗਾਫਲਤਾ ਜਦੋਂ ਅਵੇਸਲਾਪਨ ਹੀ ਜ਼ਿੰਦਗੀ 'ਚ ਆ ਗਿਆ। ਸਭ ਤੋਂ ਪਹਿਲਾਂ ਭਗਤ ਜੀ ਨੇ ਸ਼ੁਰੂਆਤ ਕੀਤੀ, ਕਹਿੰਦੇ ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਅਸਾਰ। ਕੇਸੋ ਦਾ ਮਤਲਬ ਹੁੰਦਾ ਸੋਹਣੇ ਕੇਸਾਂ ਵਾਲਾ। ਰੱਬ ਦਾ ਇੱਕ ਸਵਰੂਪ ਵੀ ਰੱਬ ਸੋਹਣੇ ਕੇਸਾਂ ਵਾਲਾ ਹੈ। ਇੱਥੇ ਹੁਣ ਥੋੜਾ ਜਿਹਾ ਪੱਖ ਵਿਚਾਰਦੇ ਚੱਲੀਏ। ਆਪਾਂ ਮਨ ਨੂੰ ਲੈ ਕੇ ਇੱਕ ਗੱਲ ਕਹਿੰਦੇ ਆ, ਜਾਂ ਸਤਿਗੁਰੂ ਜੀ ਦੇ ਬਾਣੀ ਨੇ ਇਹ ਸਾਨੂੰ ਸਮਝਾਇਆ ਵੀ ਮਨ ਤੂੰ ਜੋਤ ਸਰੂਪ ਹੈ। ਮਨਾ ਤੂੰ ਰੱਬ ਦੀ ਇੱਕ ਜੋਤ ਦਾ ਹੀ ਸਰੂਪ ਹੈ, ਅੰਸ਼ ਹੈ ਤੂੰ ਉਹਦੀ ਇੱਕ, ਜਿਹਨੂੰ ਭਗਤ ਕਬੀਰ ਸਾਹਿਬ ਹੀ ਕਹਿੰਦੇ ਨਾ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਉਹਦੀ ਅੰਸ਼ ਵਿੱਚੋਂ ਹੈ। ਤੇ ਇਕੱਲੇ ਅਸੀਂ ਉਹਦੀ ਬਾਤ ਨਹੀਂ ਕਰ ਸਕਦੇ ਵੀ ਮਨ ਹੀ ਜੋਤ ਸਰੂਪ ਹੈ। ਜਿਹੜਾ ਰੱਬ ਨੇ ਇਨਸਾਨ ਨੂੰ ਸਰੂਪ ਦਿੱਤਾ ਨਾ ਉਹ ਵੀ ਆਪਣੇ ਵਰਗਾ ਹੀ ਦਿੱਤਾ ਹੈ। ਇਨਸਾਨ ਨੂੰ ਉਹਨੇ ਸਰੂਪ ਕੁਝ ਇਹ ਨਹੀਂ ਆਪਾਂ ਕਹਿ ਸਕਦੇ ਵੀ ਆਪਣੇ ਨਾਲੋਂ ਵੱਖਰਾ ਦਿੱਤਾ। ਉਹਨੇ ਜਿਹੜੀ ਕਾਇਆ ਦਾ ਸਰੂਪ ਹੈ ਉਹ ਕਾਇਆ ਦਾ ਸਰੂਪ ਵੀ ਉਹਨੇ ਆਪਣੇ ਵਰਗਾ ਹੀ ਦਿੱਤਾ। ਤੇ ਭਗਤ ਜੀ ਨੇ ਬਕਾਇਦਾ ਦੱਸਿਆ, ਕਹਿੰਦੇ ਰੱਬ ਭਾਈ ਸੋਹਣੇ ਕੇਸਾਂ ਵਾਲਾ ਤੇ ਇਨਸਾਨ ਵੀ ਉਹਨੇ ਸੋਹਣੇ ਕੇਸਾਂ ਵਾਲਾ ਬਣਾਇਆ। ਇੱਕ ਸ਼ਲੋਕ ਤੁਸੀਂ ਕੱਲ ਦੇ ਦੀਵਾਨਾਂ ਵਿੱਚ ਜਿਹੜਾ ਆਪ ਸੰਗਤ ਨੇ ਵਿਚਾਰਿਆ, ਉਹਦੇ ਵਿੱਚ ਭਗਤ ਜੀ ਨੇ ਜ਼ਿਕਰ ਕੀਤਾ ਸੀ, ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ, ਸਾਬਤ ਰੱਖੇ ਤਾਂ ਰਾਮ ਭਜ, ਨਾਹੀਂ ਤਾਂ ਬਿਨਠੀ ਬਾਤ। ਸਾਬਤ ਰੱਖੇ, ਜੇ ਆਪਣੇ ਆਪ ਨੂੰ ਸਾਬਤ ਰੱਖਣਾ ਚਾਹੁੰਦਾ ਤੇ ਕੀ ਕਰ, ਰਾਮ ਭਜ। ਇੱਥੇ ਕੀ ਕਹਿ ਰਹੇ, ਕੇਸੋ ਕੇਸੋ ਕੂ ਕੀ ਹੈ ਭਾਈ, ਤੂੰ ਉਹਨੂੰ ਆਵਾਜ਼ ਮਾਰਨ ਦੀ ਜਾਚ ਸਿੱਖ ਲਾ ਜਿਹੜਾ ਸੋਹਣੇ ਕੇਸਾਂ ਵਾਲਾ ਹੈ। ਔਰ ਉਹਨੂੰ ਆਵਾਜ਼ ਮਾਰਨ ਲੱਗਿਆ ਇੱਕ ਖਿਆਲ ਕਰੀ, ਨਾ ਸੋਈਐ ਆਸਾਰ। ਐਵੇਂ ਕਿਤੇ ਬਿਨਾਂ ਸਾਰ ਤੋਂ ਹੀ ਨਾ ਸੋ ਜਾਈਂ। ਆਸਾਰ ਦਾ ਮਤਲਬ ਜਿਹਨੂੰ ਕੋਈ ਸਾਰ ਨਾ ਹੋਵੇ, ਗਾਫਲਤਾ, ਅਵੇਸਲਾਪਨ। ਉਹਨੂੰ ਆਵਾਜ਼ ਮਾਰਨ ਲੱਗਿਆ ਸੱਜਣਾ ਇੰਨੇ ਕੁ ਖਿਆਲ ਰੱਖੀ, ਇੰਨੀ ਕੁ ਬਾਤ ਦਾ ਧਿਆਨ ਰੱਖੀ, ਕੇਸੋ ਕੇਸੋ ਕੂਕੀ ਹੈ। ਉਹਨੂੰ ਆਵਾਜ਼ ਮਾਰਨੀ ਹੈ ਕੇਸ਼ਵ ਨੂੰ, ਹਰੀ ਨੂੰ, ਪਰਮਾਤਮਾ ਨੂੰ, ਜਿਹੜਾ ਸੋਹਣੇ ਕੇਸਾਂ ਦਾ ਮਾਲਕ ਹੈ। ਔਰ ਉਹਨੂੰ ਆਵਾਜ਼ ਮਾਰਨ ਲੱਗਿਆ ਕਦੇ ਵੀ
ਅਸਾਰ ਨਾ ਹੋਈ, ਸਾਰ ਤੋਂ ਬਿਨਾ ਨਾ ਹੋਈ, ਸਾਰ ਰੱਖੀ। ਹਰ ਵਕਤ ਸੁਚੇਤ ਰਹੀਂ, ਹਰ ਵਕਤ ਸਾਵਧਾਨ ਰਹੀਂ, ਹਰ ਵਕਤ ਸੁਚੇਤਤਾ ਦੇ ਨਾਲ ਜੀਵਨ ਜਿਹੜਾ ਉਹਨੂੰ ਲੰਘਾਈ। ਕਿਤੇ ਵੇਖੀ ਅਸਾਰ ਨਾ ਹੋ ਜਾਈ, ਐਵੇਂ ਅਵੇਸਲਾ ਜਿਹਾ ਗਾਫਲ ਜਿਹਾ ਬਣ ਕੇ ਨਾ ਸੌਂ ਜਾਈ। ਇਸ ਲਈ ਥੋੜਾ ਜਿਹਾ ਕਿਤੇ ਸੁਚੇਤ ਹੋ ਕੇ ਚੱਲੀ। ਔਰ ਭਗਤ ਕਬੀਰ ਸਾਹਿਬ ਜੀ ਦਾ ਹੀ ਨਾ ਇੱਕ ਪਾਵਨ ਬਚਨ ਹੈ, ਪਿੱਛੇ ਆਪ ਸੰਗਤਾਂ ਉਹ ਵਿਚਾਰ ਕੇ ਆਈਆਂ ਸ਼ਲੋਕ, ਜਿੱਥੇ ਭਗਤ ਜੀ ਨੇ ਆਖਿਆ ਸੀ, ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਜਿਹੜਾ ਮਿੱਤਰ ਬਣਾਉਣਾ ਸੀ ਉਹ ਨਹੀਂ ਬਣਾਇਆ। ਸਿੱਖ ਸਾਖਾ ਬਹੁਤੇ ਕੀਏ, ਬੜੇ ਜ਼ਿਆਦਾ ਆਪਣੇ ਸਖੇ ਬਣਾ ਲਏ, ਬੜੇ ਜ਼ਿਆਦਾ ਸੰਬੰਧੀ ਬਣਾ ਲਏ। ਕੇਸੋ ਕੀਓ ਨਾ ਮੀਤ, ਜਿਹੜਾ ਸੋਹਣੇ ਕੇਸਾਂ ਵਾਲਾ ਸੀ, ਜਿਹਨੂੰ ਮਿੱਤਰ ਬਣਾਉਣਾ ਸੀ, ਉਹ ਕੀਓ ਨਾ ਮੀਤ, ਉਹਨੂੰ ਮਿੱਤਰ ਬਣਾਇਆ ਕੋਈ ਨਹੀਂ। ਚੱਲਿਆ ਕਿੱਥੇ ਸੀ? ਚਾਲੇ ਥੇ ਹਰ ਮਿਲਣ ਕੋ। ਇਨਸਾਨ ਤੁਰਿਆ ਤੇ ਸੀ ਰੱਬ ਨੂੰ ਮਿਲਣ ਵਾਸਤੇ, ਔਰ ਰੱਬ ਨੂੰ ਮਿਲਣ ਜਾਂਦਾ ਹੋਇਆ ਵਿਚੇ ਅਟਕੇ ਉਹ ਚਿੱਤ ਜਿਹੜਾ ਵਿੱਚ ਹੀ ਅਟਕ ਗਿਆ। ਔਰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਜਿਸ ਬੰਦੇ ਨੂੰ, ਜਿਸ ਇਨਸਾਨ ਨੂੰ ਰੱਬ ਦਾ ਦਿੱਤਾ ਸਵਰੂਪ ਸਾਂਭਣਾ ਨਹੀਂ ਆਇਆ, ਕੀ ਉਹ ਰੱਬ ਦੀ ਯਾਦ ਨੂੰ ਸੰਭਾਲ ਲੇਗਾ? ਜਿਸ ਇਨਸਾਨ ਨੂੰ ਰੱਬ ਨੇ ਇੰਨਾ ਸੋਹਣਾ ਸਵਰੂਪ ਦਿੱਤਾ, ਤੇ ਇਹਨੂੰ ਤੇ ਰੱਬ ਦਾ ਸ਼ੁਕਰ ਗੁਜ਼ਾਰਨਾ ਚਾਹੀਦਾ ਸੀ। ਰੱਬ ਦਾ ਰੋਮ ਰੋਮੇ ਸ਼ੁਕਰਾਨਾ ਕਰਦਾ, ਰੱਬੀ ਯਾਦ ਵਿੱਚ ਜੁੜਦਾ, ਰੱਬੀ ਚਿੰਤਨ ਵਿੱਚ ਜੁੜਦਾ। ਤੇ ਜਿਸ ਇਨਸਾਨ ਦੇ ਕੋਲੋਂ, ਜਿਸ ਬੰਦੇ ਦੇ ਕੋਲੋਂ ਰੱਬ ਦਾ ਦਿੱਤਾ ਸਵਰੂਪ ਹੀ ਨਹੀਂ ਸੰਭਾਲਿਆ ਗਿਆ, ਕੀ ਉਹ ਰੱਬੀ ਯਾਦ ਸੰਭਾਲ ਲੇਗਾ? ਚਿੱਤ ਆਪਣਾ ਹਰੀ ਨਾਲ ਜੋੜ ਲੇਗਾ? ਤੁਸੀਂ ਇਸ ਗੱਲ ਨੂੰ ਕਦੇ ਵੀ ਖਿਆਲ ਕਰਕੇ ਵੇਖਿਓ। ਪਹਿਲਾਂ ਵੀ ਕਈ ਵਾਰ ਆਪ ਸੰਗਤਾਂ ਦੇ ਨਾਲ ਇਹ ਵਿਚਾਰ ਸਾਂਝੀ ਕੀਤੀ ਵੀ ਕੇਸਾਂ ਦਾ ਸਾਡੀ ਜ਼ਿੰਦਗੀ 'ਚ ਮਹੱਤਵ ਕਿੰਨਾ। ਥੋੜਾ ਜਿਹਾ ਪਿਛੋਕੜ ਚਲੇ ਜਾਓ ਜਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵੇਖ ਲਓ, ਚਾਹੇ ਕਿਸੇ ਕਾਰਨ ਕਰਕੇ, ਪਰ ਕੋਈ ਵੀ ਸਮੇਂ ਅਨੁਸਾਰ ਜਿੰਨੇ ਵੀ ਦੇਵੀ ਦੇਵਤੇ ਜਾਂ ਜੋ ਪੁਰਾਣਕ ਗ੍ਰੰਥਾਂ ਦੇ ਮੁਤਾਬਕ ਅਸੀਂ ਮੰਨੇ ਜਾਂਦੇ ਨੇ, ਜੋ ਕੋਈ ਵੀ ਐਸਾ ਸ਼ਖਸ ਨਹੀਂ ਜਿਹਨੂੰ ਅਸੀਂ ਇਹ ਕਹਿ ਸਕੀਏ ਵੀ ਇਹਦੇ ਕੋਲ ਕੇਸ ਨਹੀਂ ਸਨ। ਔਰ ਅੱਜ ਦੇ ਸਮੇਂ ਵਿੱਚ ਜੇ ਉਹ ਬੀਤੇ ਹੋਏ ਜਿਹੜੇ ਗੁਜ਼ਰ ਚੁੱਕੇ ਨੇ ਸਮੇਂ ਮੁਤਾਬਕ ਸਰੀਰਾਂ ਕਰਕੇ ਚਲੇ ਗਏ, ਜੇ ਕਿਤੇ ਉਹਨਾਂ ਦਾ ਰੂਪ ਬਣਾ ਕੇ ਕਿਸੇ ਨੇ ਉਹਨਾਂ ਦੀ ਕੋਈ ਦ੍ਰਿਸ਼ ਪੇਸ਼ ਕਰਨਾ ਹੁੰਦਾ, ਤੇ ਜੇ ਉਹ ਦ੍ਰਿਸ਼ ਪੇਸ਼ ਕਰਨ ਵਾਲੇ ਕੋਲ ਕੇਸ ਨਹੀਂ ਨਾ, ਤੇ ਉਹਨੂੰ ਬਣਾਉਟੀ ਲਾਉਣੇ ਪੈਂਦੇ, ਨਕਲੀ ਲਾਉਣੇ ਪੈਂਦੇ ਵੀ ਮੈਂ ਉਹਨਾਂ ਵਰਗਾ ਬਣ ਕੇ ਵਿਖਾ ਤੇ ਸਕਾਂ। ਇੰਨਾ ਕਿਤੇ ਪ੍ਰੂਫ ਸਾਡੇ ਕੋਲ ਹੈ ਨਾ ਵੀ ਚਾਹੇ ਕਿਸੇ ਰੀਜ਼ਨ ਕਰਕੇ ਸੀ, ਕਿਸੇ ਕਾਰਨ ਕਰਕੇ ਸਨ, ਪਰ ਉਹਨਾਂ ਨੇ ਆਪਣੇ ਜਿਹੜੇ ਕੇਸ ਨੇ ਉਹਨਾਂ ਨੂੰ ਸੰਭਾਲ ਕੇ ਰੱਖਿਆ। ਕਿਉਂ? ਰੱਬ ਨੇ ਇੱਕ ਸਵਰੂਪ ਹੈ ਜਿਹੜਾ ਸਾਨੂੰ ਦੇ ਕੇ ਨਵਾਜਿਆ ਹੈ। ਤੇ ਪਹਿਲਾਂ ਵੀ ਪਿਛਲੇ ਦੀਵਾਨਾਂ ਵਿੱਚ ਵੀ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਵੀ ਰੱਬ ਜਿਹੜਾ ਉਹ ਸਾਡੇ ਤੋਂ ਬਹੁਤ ਸਿਆਣਾ ਹੈ, ਅਕਾਲ ਪੁਰਖ ਬੜਾ ਸੂਝਵਾਨ ਹੈ, ਤੇ ਉਹਨੇ ਜਿੰਨੇ ਵੀ ਸਾਨੂੰ ਪਦਾਰਥ ਜਾਂ ਜਿੰਨੀਆਂ ਵੀ ਵਸਤੂਆਂ ਜਾਂ ਸਾਨੂੰ ਸਰੀਰਕ ਤਨ ਦੇ ਉੱਤੇ ਜੋ ਕੁਝ ਵੀ ਉਹਨੇ ਸਾਨੂੰ ਦਿੱਤਾ ਹੈ ਨਾ, ਉਹ ਹਰ ਇੱਕ ਵਸਤੂ ਸਾਡੇ ਕਿਤੇ ਨਾ ਕਿਤੇ ਕਾਰਜ ਦੀ ਹੈ, ਕੰਮ ਦੀ ਹੈ। ਏਦਾਂ ਨਹੀਂ ਕਹਿ ਸਕਦੀ ਵੀ ਇਹ ਬੇਲੋੜੀਆਂ ਵਸਤੂਆਂ ਜਿਹੜੀਆਂ ਨੇ ਰੱਬ ਨੇ ਸਾਨੂੰ ਦਿੱਤੀਆਂ। ਜੇ ਬੇਲੋੜੀਆਂ ਵਸਤੂਆਂ ਹੁੰਦੀਆਂ ਨਾ, ਤੇ ਇੱਕ ਚੇਤਾ ਰੱਖਿਓ, ਰੱਬ ਸ਼ਾਇਦ ਸਾਨੂੰ ਕਦੇ ਦੇ ਕੇ ਵੀ ਨਾ ਨਵਾਜਦਾ ਜੇ ਬੇਲੋੜੀਆਂ ਹੁੰਦੀਆਂ ਤੇ। ਪਰ ਸਾਡੇ ਤਨ ਉੱਤੇ ਚਾਹੇ ਉਹ ਰੋਮ ਨੇ, ਚਾਹੇ ਸਾਡੇ ਕੇਸ ਨੇ, ਚਾਹੇ ਸਾਨੂੰ ਕੁਝ ਵੀ ਰੱਬ ਨੇ ਦਿੱਤਾ ਤਨ ਦੇ, ਚਾਹੇ ਸਰੀਰਕ ਅੰਗਾਂ ਦੀ ਹੀ ਗੱਲ ਕਰ ਲਈਏ। ਹੁਣ ਆਪਾਂ ਇੱਕ ਪੱਖ ਇੱਥੇ ਹੋਰ ਰੱਖਦੇ ਚੱਲੀਏ, ਰੱਬ ਨੇ ਸਾਨੂੰ 2 ਅੱਖਾਂ ਦਿੱਤੀਆਂ, ਅਸੀਂ ਉਹਦੇ ਸ਼ੁਕਰਗੁਜ਼ਾਰ ਹਾਂ। ਵੇਖਣ ਨੂੰ ਤੇ ਇੱਕ ਅੱਖ ਨਾਲ ਵੀ ਵੇਖਿਆ ਜਾ ਸਕਦਾ ਸੀ,
ਜੇ ਰੱਬ ਇੱਕ ਅੱਖ ਦਿੰਦਾ, ਵੇਖਣ ਨੂੰ ਤੇ ਇੱਕ ਅੱਖ ਨਾਲ ਵੀ ਤੇ ਵੇਖ ਹੀ ਸਕਦੇ ਸਨ, ਪਰ ਰੱਬ ਨੇ ਦੋ ਦਿੱਤੀਆਂ। ਹੁਣ ਦੋ ਅੱਖਾਂ ਦਿੱਤੀਆਂ, ਅਸੀਂ ਕੀ ਕਵਾਂਗੇ ਸਾਡੀ ਇੱਕ ਅੱਖ ਫਾਲਤੂ ਹੈ, ਇਹਨੂੰ ਕੱਢ ਕੇ ਰੱਖ ਦਈਏ? ਅਸੀਂ ਦੋਵੇਂ ਅੱਖਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ, ਚਾਹੇ ਕਿਸੇ ਰੀਜ਼ਨ ਕਰਕੇ ਕਹਿ ਲਈਏ, ਕਿਸੇ ਕਾਰਨ ਕਰਕੇ ਕਹਿ ਲਈਏ। ਅਸੀਂ ਕਦੇ ਇਹ ਨਹੀਂ ਕਿਹਾ ਭਾਈ ਇੱਕ ਅੱਖ ਸਾਡੀ ਕੱਢ ਕੇ ਰੱਖ ਦਿਓ, ਅਸੀਂ ਸੇਵ ਰੱਖ ਲੈਨੇ ਆ, ਜਦੋਂ ਲੋੜ ਪੈਗੀ ਫਿਰ ਲਾ ਲਾਂਗੇ। ਇਦਾਂ ਤਾਂ ਨਹੀਂ ਹੈ ਨਾ। ਦੋਵੇਂ ਅੱਖਾਂ ਅਸੀਂ ਆਪਣੀਆਂ ਵਰਤ ਰਹੇ ਹਾਂ। ਤੇ ਜੇ ਕਿਤੇ ਅੱਖਾਂ ਦੇ ਵਿੱਚੋਂ ਇੱਕ ਅੱਖ ਦੀ ਨਿਗਾਹ ਘਟ ਜਾਏ, ਬਹੁਤ ਜ਼ਿਆਦਾ ਡਾਊਨ ਹੋ ਜਾਏ, ਤੇ ਫਿਰ ਇਹ ਹੁੰਦਾ ਵੀ ਹੁਣ ਇੱਕ ਅੱਖ ਤੋਂ ਦਿਖਦਾ ਤੇ ਦੂਜੀ ਤੋਂ ਮੈਨੂੰ ਦਿਖਦਾ ਕੋਈ ਨਹੀਂ, ਤੇ ਮੈਂ ਉਹਦਾ ਇਲਾਜ ਕਰਨ ਤੁਰਿਆ ਜਾਂਦਾ, ਮੈਨੂੰ ਦੂਜੀ ਚੋਂ ਵੀ ਦਿਖਣ ਲੱਗ ਜਾਏ। ਮੈਂ ਉਦੋਂ ਵੀ ਕਦੇ ਨਹੀਂ ਕਿਹਾ ਵੀ ਇੱਕ ਨਾਲ ਦਿਖਦਾ ਚਲੋ ਸਾਰੀ ਚੱਲੋ, ਕੋਈ ਗੱਲ ਨਹੀਂ। ਇਹਦਾ ਮਤਲਬ ਇਹ ਤੇ ਕਹਿ ਸਕਦੇ ਹਾਂ ਵੀ ਇੱਕ ਅੱਖ ਨਾਲ ਪ੍ਰੋਪਰਲੀ ਸਾਨੂੰ ਦਿਸਦਾ ਨਹੀਂ, ਦਿਸਦਾ ਜ਼ਰੂਰ ਹੈ, ਪਰ ਅਸੀਂ ਸਾਰਾ ਕੁਝ ਨਹੀਂ ਵੇਖ ਸਕਦੇ ਜੋ ਦੋ ਅੱਖਾਂ ਨਾਲ ਦੇਖਦੇ ਹਾਂ। ਇਦਾਂ ਹੀ ਦੋ ਕੰਨ ਦਿੱਤੇ, ਸੁਣਦਾ ਤੇ ਇੱਕ ਨਾਲ ਵੀ ਹੈ। ਇੱਕ ਕੰਨ ਖਰਾਬ ਹੋ ਜਾਏ, ਸੁਣਦਾ ਤੇ ਦੂਜੇ ਕੰਨ ਨਾਲ ਵੀ ਹੈ। ਤੇ ਅਸੀਂ ਕਦੇ ਆਖਿਆ ਵੀ ਰੱਬ ਨੇ ਦੋ ਦੇਤੇ, ਇੱਕ ਅਸੀਂ ਵੱਢ ਕੇ ਰੱਖ ਲਈਏ? ਨਹੀਂ। ਅਸੀਂ ਦੋਵੇਂ, ਜੇ ਕਿਤੇ ਇੱਕ ਕੰਨ ਦੇ ਵਿੱਚੋਂ ਘੱਟ ਸੁਣਨ ਲੱਗ ਜਾਏ, ਅਸੀਂ ਡਾਕਟਰ ਕੋਲ ਤੁਰੇ ਜਾਂਦੇ, ਡਾਕਟਰ ਸਾਹਿਬ ਮੈਨੂੰ ਕੰਨ ਚੋਂ ਘੱਟ ਸੁਣਨ ਲੱਗ ਗਿਆ, ਵੇਖੋ ਕੀ ਹੋਇਆ ਮੇਰੇ ਕੰਨ ਨੂੰ। ਆਪਾਂ ਕਦੇ ਨਹੀਂ ਕਿਹਾ ਵੀ ਛੱਡੋ ਪਰੇ, ਕੀ ਦਵਾਈ ਲੈਣ ਜਾਣਾ, ਕੀ ਪੈਸੇ ਲਾਉਣੇ, ਇੱਕ ਕੰਨ ਤੋਂ ਸੁਣਦਾ ਹੀ ਹੈ। ਅਸੀਂ ਸਾਰੇ ਸਰੀਰਕ ਅੰਗਾਂ ਦੀ ਇਦਾਂ ਹੀ ਸੰਭਾਲ ਕਰਦੇ ਹਾਂ। ਦੋਵੇਂ ਹੱਥ ਸਾਨੂੰ ਉਹ ਵੀ ਚਾਹੀਦੇ ਨੇ ਕੰਮ ਕਰਨ ਲਈ, ਦੋਵੇਂ ਪੈਰ ਵੀ ਸਾਨੂੰ ਤੁਰਨ ਨੂੰ ਚਾਹੀਦੇ ਨੇ। ਇਹਨਾਂ ਸਾਰੇ ਸਰੀਰਕ ਅੰਗਾਂ ਦੀ ਅਸੀਂ ਸੰਭਾਲ ਕੀਤੀ। ਕੇਸਾਂ ਨੂੰ ਅਸੀਂ ਬੜਾ ਲਾਈਟਲੀ ਜਿਹਾ ਲੈ ਲਿਆ ਵੀ ਇਹ ਕਿਹੜੀ ਕੋਈ ਵੱਡੀ ਗੱਲ ਹੈ, ਜਦੋਂ ਮਰਜ਼ੀ ਕੱਟ ਲਓ, ਜਦੋਂ ਮਰਜ਼ੀ ਰੱਖ ਲਓ, ਆਪਣੀ ਮਰਜ਼ੀ ਹੈ। ਪਰ ਕਦੇ ਵੀ ਮੈਂ ਇਹ ਨਹੀਂ ਵਿਚਾਰ ਰੱਖਣ ਲੱਗਿਆ ਵੀ ਕਿਉਂ ਕੱਟਦੇ ਹੋ, ਕੀ ਕੱਟ ਕੇ ਕੀ ਮਿਲਦਾ, ਇਹ ਪੱਖ ਨਹੀਂ। ਪਰ ਜਦੋਂ ਵੀ ਕੇਸਾਂ ਨੂੰ ਕਤਲ ਕਰਨ ਲੱਗੋ, ਇੱਕ ਵਾਰੀ ਕਿਸੇ ਨਾ ਕਿਸੇ ਸਾਇੰਟਿਸਟ ਜਾਂ ਕੋਈ ਉਸ ਡਾਕਟਰ ਤੋਂ ਸਲਾਹ ਲੈ, ਉਸ ਡਾਕਟਰ ਨੂੰ ਪੁੱਛ ਕੇ ਵੇਖਿਓ ਜਿਹੜਾ ਕੇਸਾਂ ਦੀ ਮਹੱਤਤਾ ਨੂੰ ਸਮਝਦਾ, ਜਿਹੜਾ ਜਾਣਦਾ, ਉਹ ਦੱਸੇਗਾ ਵੀ ਸਾਨੂੰ ਕੀ ਜ਼ਰੂਰਤ ਹੈ ਇਹਨਾਂ ਦੀ। ਜਿਵੇਂ ਪਿੱਛੇ ਜੇ ਬਹੁਤ ਜ਼ਿਆਦਾ ਇੱਕ ਰੌਲਾ ਪਿਆ, ਸਾਡੇ ਧਰਤੀ ਦੇ ਦੁਆਲੇ ਜੀ ਇੱਕ ਓਜ਼ੋਨ ਪਰਤ ਹੈ, ਉਹਦੇ 'ਚ ਛੇਕ ਹੁੰਦੇ ਜਾ ਰਹੇ, ਉਹ ਕਮਜ਼ੋਰ ਹੋ ਗਈ, ਉਹ ਖਤਮ ਹੁੰਦੀ ਜਾ ਰਹੀ ਹੈ। ਡਾਕਟਰ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚੋਂ ਕੁਝ ਕੁ ਵਿਟਾਮਿਨਸ ਨੇ ਜਿਹੜੇ ਸਾਡੀ ਬਾਡੀ ਨੂੰ ਚਾਹੀਦੇ ਨੇ, ਪਰ ਕੁਝ ਕੁ ਰੇਜ਼ ਇਦਾਂ ਦੀਆਂ ਨੇ, ਕੁਝ ਕੁ ਕਿਰਨਾਂ ਇਦਾਂ ਦੀਆਂ ਜਿਹੜੀਆਂ ਸਾਡੀ ਬਾਡੀ ਨੂੰ ਇਫੈਕਟ ਕਰਦੀਆਂ, ਤੇ ਉਹ ਇਫੈਕਟ ਵੀ ਸਾਈਡ ਇਫੈਕਟ, ਨੁਕਸਾਨ ਜਿੰਨਾ ਦਾ ਸਾਡੀ ਬਾਡੀ ਨੂੰ, ਉਹ ਨਹੀਂ ਚਾਹੀਦੀਆਂ। ਤੇ ਉਹ ਜਿਹੜੀ ਓਜ਼ੋਨ ਪਰਤ ਹੈ ਨਾ, ਉਹ ਇੱਕ ਕੰਮ ਕਰਦੀ ਹੈ, ਜਿਹੜੀਆਂ ਰੇਜ਼ ਤੇ ਸਾਡੀ ਬਾਡੀ ਲਈ ਸਹੀ ਨੇ, ਚੰਗੀਆਂ ਨੇ, ਉਹਨਾਂ ਨੂੰ ਹੇਠਾਂ ਆਉਣ ਦਿੰਦੀ, ਜਿਹੜੀਆਂ ਸਾਈਡ ਇਫੈਕਟ ਕਰਦੀਆਂ ਉਹਨਾਂ ਨੂੰ ਰੋਕ ਲੈਂਦੀ ਹੈ। ਓਜ਼ੋਨ ਪਰਤ ਹਟ ਗਈ, ਖਰਾਬ ਹੋ ਗਈ ਸਾਡੀ ਵਜ੍ਹਾ ਕਰਕੇ, ਕਿਉਂਕਿ ਅਸੀਂ এনवायरमेंट ਹੀ ਇੰਨਾ ਕੁ ਗੰਦਲਾ ਤੇ ਪੋਲਿਊਟ ਕਰਤਾ ਵੀ ਓਜ਼ੋਨ ਪਰਤ ਖਰਾਬ ਹੋ ਗਈ। ਹੁਣ ਉਹ ਜਿਹੜੀਆਂ ਕਿਰਨਾਂ ਨੂੰ ਰੋਕਦੀ ਸੀ, ਜਿਹੜੀਆਂ ਰੇਜ਼ ਨੂੰ ਰੋਕਦੀ ਸੀ, ਉਹ ਵੀ ਧਰਤੀ ਤੇ ਆਉਣ ਲੱਗ ਪਈਆਂ। ਤੇ ਸੁਭਾਵਿਕ ਜਿਹੀ ਗੱਲ ਹੈ, ਜਿਵੇਂ ਬਾਕੀ ਕਿਰਨਾਂ ਸਾਡੀ ਬਾਡੀ ਤੇ ਪੈਂਦੀਆਂ ਨੇ, ਉਹ ਕਿਰਨਾਂ ਵੀ ਸਾਡੀ ਬਾਡੀ ਤੇ ਪੈਣਗੀਆਂ। ਜਦੋਂ ਪੈਣਗੀਆਂ ਤੇ ਉਹਨਾਂ ਨੇ ਸਾਈਡ ਇਫੈਕਟ ਆਪਣਾ ਦੇਣਾ ਹੀ ਦੇਣਾ ਹੈ। ਤੇ ਉਹਨਾਂ ਕਿਰਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਡਾ ਰੋਗ ਜਿਹੜਾ ਉਹ ਸਕਿਨ ਕੈਂਸਰ ਦਾ ਹੈ, ਜੋ ਆਮ ਕਰਕੇ ਇਨਸਾਨਾਂ ਨੂੰ ਹੋ ਜਾਂਦਾ ਹੈ। ਤੇ ਉਹ ਸਕਿਨ ਕੈਂਸਰ ਤੋਂ ਬਚਣ ਦੇ ਲਈ ਅਸੀਂ ਕਹਿ ਸਕਦੇ ਹਾਂ ਸਾਡੀ ਬਾਡੀ ਉੱਪਰਲੇ ਰੋਮ ਜਿਹੜੇ ਨੇ ਨਾ, ਜਿਨ੍ਹਾਂ ਨੂੰ ਅਸੀਂ ਬਹੁਤ ਮਾਮੂਲੀ ਜਿਹਾ ਸਮਝਦੇ ਹਾਂ ਵੀ ਇਹਨਾਂ ਦਾ ਕੀ ਕੀਮਤ ਹੈ, ਕੀ ਮੁੱਲ ਹੈ, ਉਹ ਰੋਮ ਸਾਡੇ ਕੰਮ ਆਉਂਦੇ। ਉਹ ਸਾਡੀ ਬਾਡੀ ਦੇ ਉੱਪਰਲੇ ਜਿਹੜੇ ਕੇਸ ਨੇ ਜਾਂ ਵਾਲ ਨੇ, ਜਿਨ੍ਹਾਂ ਨੂੰ ਆਪਾਂ ਲਫ਼ਜ਼ ਵਰਤ ਲੈਨੇ, ਉਹ ਸਾਡੀ ਉਹਨਾਂ ਕਿਰਨਾਂ ਤੋਂ, ਸਾਈਡ ਇਫੈਕਟ ਤੋਂ ਸਾਡੀ ਬਾਡੀ ਨੂੰ ਬਚਾਉਂਦੇ। ਰੱਬ ਨੇ ਜੋ ਵੀ ਸਾਨੂੰ ਦਿੱਤਾ ਨਾ, ਕਿਸੇ ਨਾ ਕਿਸੇ ਲਾਭ ਲਈ, ਕਿਸੇ ਨਾ ਕਿਸੇ ਫਾਇਦੇ ਲਈ ਦਿੱਤਾ। ਕੋਈ ਵੀ ਵਸਤੂ ਇਦਾਂ ਦੀ ਨਹੀਂ ਜਿਹੜੀ ਅਸੀਂ ਬੇਲੋੜੀ ਤੇ ਫਾਲਤੂ ਕਹਿ ਸਕੀਏ।
ਤੇ ਭਗਤ ਕਬੀਰ ਸਾਹਿਬ ਜੀ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਸੱਜਣਾ ਜਿਹੜਾ ਰੱਬ ਆਪ ਸੋਹਣੇ ਕੇਸਾਂ ਵਾਲਾ ਹੈ, ਉਹਨੇ ਤੈਨੂੰ ਸੋਹਣੇ ਕੇਸ ਦੇ ਕੇ ਹੀ ਨਵਾਜਿਆ, ਤੇ ਤੂੰ ਏਦਾਂ ਕਰਿਆ ਕਰ, ਉਹਨੂੰ ਕੇਸੋ ਕੇਸੋ ਕੂਕੀ ਹੈ, ਉਹਨੂੰ ਪੁਕਾਰਦਾ ਰਿਹਾ ਕਰ, ਆਵਾਜ਼ ਮਾਰਦਾ ਰਿਹਾ ਕਰ। ਨਾ ਸੋਈਐ ਆਸਾਰ, ਤੇ ਕਦੇ ਵੀ ਗਾਫਲਤਾ ਜਿਹੜੀ ਨਾ, ਆਸਾਰ ਮਤਲਬ ਗਾਫਲ ਜਿਹਾ ਹੋ ਕੇ, ਅਵੇਸਲਾ ਜਿਹਾ ਹੋ ਜਾਣਾ, ਨਾ ਸੋਈਐ, ਕਦੇ ਵੀ ਅਵੇਸਲਾ ਹੋ ਕੇ ਇੰਨਾ ਕੁ ਜ਼ਿਆਦਾ ਆਲਸੀ ਨਾ ਬਣ ਜਾਈ ਵੀ ਤੂੰ ਉਹਨੂੰ ਚੇਤਾ ਕਰਨਾ ਹੀ ਛੱਡ ਦੇ, ਉਹਦੀ ਯਾਦ ਤੇਰੇ ਹਿਰਦੇ ਚੋਂ ਭੁੱਲ ਜਾਏ। ਕਿਤੇ ਇਹ ਨਾ ਹੋਵੇ ਖਾਤ ਪੀਵਤ ਹਸਤ ਸੋਵਤ ਔਦ ਬੀਤੀ ਆਸਾਰ, ਕਿਤੇ ਇਦਾਂ ਨਾ ਹੋ ਜਾਏ। ਖਾਣਾ ਵੀ ਚੇਤਾ ਰਹਿ ਗਿਆ, ਪੀਣਾ ਵੀ ਚੇਤਾ, ਸੌਣਾ ਵੀ ਚੇਤਾ, ਹੱਸਣਾ ਵੀ ਚੇਤਾ, ਔਦ ਬੀਤੀ ਸਾਰੀ ਦੀ ਸਾਰੀ ਔਦ ਬੀਤ ਗਈ ਆਸਾਰ ਗਾਫਲਤਾ ਦੇ ਵਿੱਚ ਹੀ, ਬਿਨਾਂ ਸਾਰ ਲਏ, ਬਿਨਾਂ ਕੋਈ ਲਾਹਾ ਖੱਟੇ ਸਾਰੀ ਉਮਰ ਲੰਘ ਗਈ, ਸੋਚਿਆ ਹੀ ਨਹੀਂ ਕਦੇ ਵੀ ਕਰਨਾ ਕੀ ਸੀ। ਤੇ ਭਗਤ ਜੀ ਨੇ ਨਾਲ ਜ਼ਿਕਰ ਕੀਤਾ, ਕਹਿੰਦੇ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਤੂੰ ਸਗੋਂ ਦਿਨ ਰਾਤ ਉਹਦੇ ਚਿੰਤਨ 'ਚ ਜੁੜਿਆ ਰਿਹਾ ਕਰ, ਉਹਦੀ ਯਾਦ ਵਿੱਚ ਜੁੜਿਆ ਰਿਹਾ ਕਰ। ਕਿਤੇ ਕਦੇ ਵੀ ਅਵੇਸਲਾਪਨ ਢਿੱਲਾਪਨ ਜਿਹੜਾ ਉਹ ਆਪਣੀ ਜ਼ਿੰਦਗੀ 'ਚ ਲੈ ਕੇ ਨਾ ਆਈ, ਆਲਸ ਨਾ ਕਦੇ ਆਪਣੇ ਜੀਵਨ 'ਚ ਲੈ ਕੇ ਆਈ, ਕਿਉਂਕਿ ਰਾਤ ਦਿਵਸ ਕੇ ਕੂਕ ਨੇ। ਤੇਰਾ ਫਰਜ਼ ਬਣਦਾ ਕਿ ਤੂੰ ਦਿਨ ਰਾਤ ਉਹਨੂੰ ਬੁਲਾਉਂਦਾ ਰਹੇ, ਉਹਨੂੰ ਆਵਾਜ਼ ਮਾਰਦਾ ਰਹੇ। ਕਬਹੂ ਕੇ ਸੁਨੇ ਪੁਕਾਰ, ਤੈਨੂੰ ਕੀ ਪਤਾ ਉਹਨੇ ਕਿਹੜੇ ਵੇਲੇ ਪੁਕਾਰ ਸੁਣ ਲੈਣੀ ਹੈ। ਕਦੇ ਨਾ ਕਦੇ ਤੇ ਉਹ ਪੁਕਾਰ ਸੁਣੇਗਾ ਹੀ ਨਾ। ਜੇ ਅਸੀਂ ਆਵਾਜ਼ ਮਾਰਾਂਗੇ ਕਿਸੇ ਨਾ ਕਿਸੇ ਨੂੰ, ਕੋਈ ਇੱਕ ਵਾਰੀ ਅਣਗੌਲੀ ਕਰ ਦੇਗਾ, 2 ਵਾਰੀ ਕਰ ਦੇਗਾ, 4 ਵਾਰੀ ਕਰ ਦੇਗਾ, ਪਰ ਕਿਤੇ ਨਾ ਕਿਤੇ ਇੱਕ ਵਾਰੀ ਤੇ ਮੁੜ ਕੇ ਵੇਖੇਗਾ ਹੀ ਨਾ ਜਦੋਂ ਆਵਾਜ਼ ਮਾਰਾਂਗੇ ਅਸੀਂ ਕਿਸੇ ਨੂੰ। ਵੈਸੇ ਤੇ ਇਦਾਂ ਵੀ ਹੁੰਦਾ, ਆਵਾਜ਼ ਅਸੀਂ ਇੱਕ ਨੂੰ ਮਾਰੀ ਦੀ ਹੈ, ਵੇਖਣ ਕਈ ਲੱਗ ਜਾਂਦੇ ਨੇ ਸੰਸਾਰਕ ਤੌਰ ਤੇ ਜਦੋਂ ਰੱਬ ਨੂੰ ਆਵਾਜ਼ ਮਾਰਾਂਗੇ, ਰੱਬ ਨੇ ਉਦਣ ਹੀ ਸੁਣਨਾ ਜਿੱਦਣ ਅਸੀਂ ਆਪਣੀ ਜ਼ਿੰਦਗੀ ਚੋਂ ਗਾਫਲਤਾ ਛੱਡ ਕੇ, ਆਲਸਪੁਣਾ ਛੱਡ ਕੇ, ਆਪਣੇ ਜ਼ਿੰਦਗੀ ਚੋਂ ਅਵੇਸਲਾਪਨ ਛੱਡ ਕੇ ਤੇ ਹਿਰਦੇ ਕਰਕੇ ਜਿੱਦਣ ਸੱਚਮੁੱਚ ਅਸੀਂ ਉਹਨੂੰ ਪੁਕਾਰ ਕਰਾਂਗੇ ਨਾ, ਉਦਣ ਰੱਬ ਨੇ ਵੀ ਇੱਕ ਪਲ ਹੀ ਲਾਉਣਾ ਸਾਡੇ ਵੱਲ ਵੇਖਣ ਨੂੰ ਤੇ ਸਾਡੀ ਆਵਾਜ਼ ਸੁਣਨ ਨੂੰ। ਤੇ ਅੱਜ ਤੱਕ ਕਹਿ ਸਕਦੇ ਆ ਅਸੀਂ ਬਹਿ ਕੇ ਰੱਬ ਨੂੰ ਚੇਤੇ ਤੇ ਬਹੁਤ ਕੀਤਾ, ਰੱਬ ਨੂੰ ਆਵਾਜ਼ਾਂ ਵੀ ਬਹੁਤ ਮਾਰੀਆਂ, ਪਰ ਉਹ ਜਿਹੜੀਆਂ ਮਾਰੀਆਂ ਹੋਈਆਂ ਸਾਡੀਆਂ ਆਵਾਜ਼ਾਂ ਨੇ ਨਾ, ਉਹ ਕਿਤੇ ਨਾ ਕਿਤੇ ਮਤਲਬ ਪ੍ਰਸਤ ਹੋ ਕੇ ਅਸੀਂ ਆਵਾਜ਼ਾਂ ਲਾਉਂਦੇ ਰਹੇ, ਮਤਲਬੀ ਬਣ ਕੇ, ਸੈਲਫਿਸ਼ ਬਣ ਕੇ ਅਸੀਂ ਉਹਨੂੰ ਆਵਾਜ਼ਾਂ ਮਾਰਦੇ ਰਹੇ। ਤੇ ਉਹ ਜਿੰਨੀਆਂ ਕੁ ਅਸੀਂ ਆਪਣੇ ਮਨ 'ਚ ਭਾਵਨਾਵਾਂ ਰੱਖ ਕੇ, ਵਿਚਾਰਾਂ ਰੱਖ ਕੇ ਉਹਨੂੰ ਆਵਾਜ਼ਾਂ ਮਾਰਦੇ ਰਹੇ, ਉਨੀਆਂ ਕੁ ਪੂਰੀਆਂ ਕਰਦਾ ਰਿਹਾ। ਕਦੇ ਅਸੀਂ ਇਹ ਸੋਚ ਕੇ ਤੇ ਆਵਾਜ਼ ਮਾਰੀ ਹੋਈ ਨਹੀਂ ਸੀ ਨਾ ਵੀ ਰੱਬਾ ਮੈਂ ਤੈਨੂੰ ਮਿਲਣਾ ਚਾਹੁੰਦਾ, ਮੈਂ ਤੇਰੇ ਨਾਲ ਮਿਲਾਪ ਕਰਨਾ ਚਾਹੁੰਦਾ, ਤੇ ਮੈਂ ਤੈਨੂੰ ਆਪਣੇ ਜੀਵਨ ਦੇ ਵਿੱਚ ਹਾਸਲ ਕਰਨਾ ਚਾਹੁੰਦਾ, ਤੈਨੂੰ ਪ੍ਰਾਪਤ ਕਰਨਾ ਚਾਹੁੰਦਾ। ਜੇ ਇਹ ਸੋਚ ਕੇ ਵੀ ਕਦੇ ਆਵਾਜ਼ ਮਾਰਦੇ ਤੇ ਸ਼ਾਇਦ ਮਿਲ ਜਾਂਦਾ, ਪਰ ਅੱਜ ਤੱਕ ਮੈਂ ਜਦੋਂ ਵੀ ਆਵਾਜ਼ ਮਾਰੀ, ਮੈਂ ਤੇ ਪਦਾਰਥ ਮੰਗਣ ਨੂੰ ਹੀ ਆਵਾਜ਼ ਮਾਰੀ, ਰੱਬ ਦਿੰਦਾ ਰਿਹਾ, ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹੀਆਂ, ਮੈਂ ਵੀ ਸੋਚਿਆ ਕੀ ਕਰਨਾ ਰੱਬ। ਪਰ ਜੇ ਕਿਤੇ ਰੱਬ ਨੂੰ ਆਵਾਜ਼ ਅਸੀਂ ਸੱਚਮੁੱਚ ਹਿਰਦੇ ਕਰਕੇ ਇਸ ਸੋਚ ਨੂੰ ਲੈ ਕੇ ਮਾਰੀ ਹੁੰਦੀ ਵੀ ਰੱਬਾ ਅੱਜ ਤੋਂ ਬਾਅਦ ਮੈਨੂੰ ਪਦਾਰਥ ਨਹੀਂ, ਤੇਰੀ ਲੋੜ ਹੈ, ਜੇ ਤੂੰ ਮਿਲ ਜਾਏ ਤੇ ਸੰਸਾਰਕ ਕਿਸੇ ਵਸਤੂ ਦੀ ਮੈਨੂੰ ਲੋੜ ਰਹਿ ਨਹੀਂ ਜਾਣੀ, ਸੰਸਾਰਕ ਕਿਸੇ ਪਦਾਰਥ ਦੀ ਜ਼ਰੂਰਤ ਨਹੀਂ ਰਹਿ ਜਾਣੀ, ਮੈਨੂੰ ਜੀਵਨ ਦੇ ਵਿੱਚ ਤੇਰੀ ਪ੍ਰਾਪਤੀ ਹੋ ਜਾਏ, ਜੇ ਇਹ ਸੋਚ ਕੇ ਆਵਾਜ਼ ਮਾਰੀ ਹੁੰਦੀ ਤੇ ਉਹ ਪਰਮਾਤਮਾ ਵੀ ਸਾਨੂੰ ਮਿਲ ਜਾਂਦਾ। ਬਸ ਇਹੋ ਹੈ ਜਿਹੜਾ ਪਹਿਲੇ ਸ਼ਲੋਕ 'ਚ ਭਗਤ ਕਬੀਰ ਸਾਹਿਬ ਸਮਝਾ ਰਹੇ, ਭਾਈ ਹਰ ਵਕਤ ਉਸ ਮਾਲਕ ਨੂੰ ਪੁਕਾਰਦਾ ਰਹੇ, ਚੇਤੇ ਕਰਦਾ ਰਹੇ। ਉਹਨੂੰ ਚੇਤੇ ਕਰਦੇ ਆ ਕਦੇ ਵੀ ਅਵੇਸਲਾਪਨ ਨਾ ਵਰਤੀ, ਕਿਉਂਕਿ ਜ਼ਿੰਦਗੀ ਵਿੱਚ ਅਵੇਸਲਾਪਨ ਜਿਹੜਾ ਨਾ ਉਹ ਕਿਸੇ ਮੁਕਾਮ ਤੇ ਸਾਨੂੰ ਪਹੁੰਚਾ ਤੇ ਨਹੀਂ ਸਕਦਾ, ਪਰ ਅਵੇਸਲਾਪਨ ਮੁਕਾਮ ਤੇ ਪਹੁੰਚਦਿਆਂ ਨੂੰ ਸਾਨੂੰ ਰੋਕ ਜ਼ਰੂਰ ਦਿੰਦਾ। ਕੋਈ ਬੰਦਾ ਆਲਸੀ ਹੋ ਜਾਏ, ਕਿਸੇ ਵੀ ਜੀਵਨ ਦਾ ਪਹਿਲੂ ਵੇਖ ਲਓ, ਆਲਸ ਨਾਲ ਅਸੀਂ ਘਰ ਦਾ ਕੰਮ ਨਹੀਂ ਕਰ ਸਕਦੇ ਕੋਈ ਵੀ, ਹੋਰ ਤੇ ਛੱਡੋ ਅਸੀਂ ਆਲਸ ਨਾਲ ਕਦੇ ਆਪਣੀ ਮੋਟਰ ਵਹੀਕਲ ਜਿਹੜਾ ਅਸੀਂ ਉਹਨੂੰ ਕਦੇ ਡਰਾਈਵ ਨਹੀਂ ਕਰ ਸਕਦੇ, ਹੋਰ ਤੇ ਗੱਲ ਹੀ ਛੱਡੋ ਕਿ ਆਪਣਾ ਮੋਟਰਸਾਈਕਲ ਅਸੀਂ ਅਵੇਸਲੇਪਨ 'ਚ ਚਲਾ ਲਾਂਗੇ, ਕਿੱਦਾਂ ਡਰਾਈਵ ਕਰ ਲਾਂਗੇ, ਇਹ ਨਹੀਂ ਪਤਾ, ਅਵੇਸਲੇ ਹੋ ਕੇ ਪਤਾ ਨਹੀਂ ਕਿੱਥੇ ਜਾ ਵੱਜਣਾ। ਕਾਰ ਅਸੀਂ ਡਰਾਈਵ ਨਹੀਂ ਕਰ ਸਕਦੇ, ਘਰ ਦਾ ਕੋਈ ਕਾਰਜ
ਕੰਮ ਕੋਈ ਹੋਵੇ ਕਰਦਾ, ਅਸੀਂ ਉਹ ਨਹੀਂ ਅਵੇਸਲੇ ਹੋ ਕੇ ਕਰ ਸਕਦੇ। ਹਰ ਕਾਰਜ ਵਿੱਚ ਸਾਨੂੰ ਸੁਚੇਤਤਾ ਚਾਹੀਦੀ ਹੈ। ਜੇ ਸੁਚੇਤ ਆ ਤੇ ਕਾਰਜ ਸਵਰ ਜਾਂਦਾ ਹੈ, ਜੇ ਅਵੇਸਲੇ ਆ ਤੇ ਸਵਰਿਆ ਹੋਇਆ ਕਾਰਜ ਵੀ ਵਿਗੜ ਜਾਂਦਾ। ਮੰਨ ਲਓ ਘਰ ਦੇ ਵਿੱਚ ਧੀ ਹੈ, ਭੈਣ ਹੈ ਜਾਂ ਮਾਤਾ ਹੈ, ਉਹ ਪ੍ਰਸ਼ਾਦਾ ਬਣਾਉਂਦੀ ਹੋਈ ਅਵੇਸਲੀ ਹੋ ਜੇ, ਵੀ ਅਜੇ ਸੇਕ ਲੱਗ ਹੀ ਰਿਹਾ, ਅਵੇਸਲੀ ਹੋ ਕੇ ਉਹ ਹੋਰ ਹੀ ਪਾਸੇ ਧਿਆਨ ਕਰ ਲਏ, ਸੁਭਾਵਿਕ ਜਿਹੀ ਗੱਲ ਹੈ ਵੀ ਪ੍ਰਸ਼ਾਦਾ ਸਾੜੀ ਜਾਣਾ, ਨੁਕਸਾਨ ਹੀ ਹੈ। ਉਹ ਦਾਲ ਸਬਜ਼ੀ ਬਣਾਉਂਦਿਆਂ ਹੋਇਆਂ ਅਵੇਸਲੀ ਹੋ ਜਾਏ, ਧਿਆਨ ਦਵੇ ਹੀ ਨਾ, ਤੇ ਉਹ ਵੀ ਸੜ ਜੇਗੀ। ਤੇ ਫਿਰ ਰੱਬ ਨੂੰ ਚੇਤੇ ਕਰਨ ਲੱਗਿਆਂ ਅਸੀਂ ਅਵੇਸਲਾਪਨ ਕਿੱਦਾਂ ਵਰਤ ਜਾਾਂਗੇ? ਤੇ ਇਹ ਸੋਚੀਏ ਵੀ ਰੱਬ ਨੂੰ ਅਵੇਸਲਾਪਨ ਵਰਤ ਕੇ ਅਸੀਂ ਚੇਤਾ ਕਰੀਏ ਤੇ ਕੀ ਰੱਬ ਸਾਨੂੰ ਮਿਲ ਜਾਏਗਾ? ਜੇ ਸਾਡਾ ਸੰਸਾਰਿਕ ਕਾਰਜ ਕੋਈ ਅਵੇਸਲੇਪਨ ਨਾਲ ਨਹੀਂ ਸਵਰਦਾ ਤੇ ਫਿਰ ਸਾਡਾ ਜਿਹੜਾ ਅਧਿਆਤਮਿਕ ਕਰਮ ਹੈ, ਅਧਿਆਤਮਿਕ ਜੀਵਨ ਦਾ ਜਿਹੜਾ ਕਾਰਜ ਹੈ, ਉਹ ਅਵੇਸਲੇਪਨ ਨਾਲ ਅਸੀਂ ਕਿੱਦਾਂ ਸਵਾਰ ਲਾਂਗੇ? ਉੱਥੇ ਤੇ ਸਗੋਂ ਸਾਨੂੰ ਵੱਧ ਸੁਚੇਤਤਾ ਚਾਹੀਦੀ ਹੈ, ਕਿਉਂਕਿ ਵਿਕਾਰਾਂ ਨੇ ਕਿਸੇ ਨਾ ਕਿਸੇ ਪਾਸੋਂ ਸਾਡੇ ਤੇ ਹਮਲਾ ਕਰ ਹੀ ਦੇਣਾ। ਵਿਕਾਰਾਂ ਨੇ ਕਿਸੇ ਨਾ ਕਿਸੇ ਪਾਸੇ ਤੋਂ ਸਾਨੂੰ ਹੇਠਾਂ ਸੁੱਟਣ ਦੀ ਬਾਤ ਜਿਹੜੀ ਉਹ ਕਰ ਹੀ ਦੇਣੀ ਹੈ। ਤੇ ਵਿਕਾਰਾਂ ਨੇ ਜਦੋਂ ਆ ਕੇ ਆਪਣਾ ਪ੍ਰਭਾਵ ਪਾ ਲਿਆ, ਜੇ ਅਸੀਂ ਅਵੇਸਲੇ ਹੋਏ, ਅਸੀਂ ਤੇ ਆਪਣਾ ਸਾਰਾ ਕੁਝ ਜਿਹੜਾ ਉਹ ਅਧਿਆਤਮਿਕ ਜੀਵਨ ਦੇ ਤੌਰ ਤੇ ਬਰਬਾਦ ਕਰ ਲੈਣਾ। ਜੋ ਸਾਡੇ ਅੰਦਰਲੀ ਇਕਾਗਰਤਾ ਹੋਏਗੀ, ਜੋ ਸਾਡੇ ਕੋਲ ਇਕਾਂਤ ਕਹਿ ਲਈਏ ਸ਼ਾਂਤੀ, ਜੋ ਹਿਰਦੇ ਕਰਕੇ ਸਕੂਨ ਹੋਏਗਾ, ਜਦੋਂ ਅਸੀਂ ਵਿਕਾਰਾਂ ਦੇ ਅਧੀਨ ਹੋ ਕੇ ਸਾਰਾ ਕੁਝ ਗਵਾਚ ਜਾਣਾ ਸਾਡੇ ਕੋਲੋਂ, ਤੇ ਇਕਾਗਰਤਾ ਸਾਡੀ ਖਤਮ ਹੋ ਜਾਣੀ, ਸ਼ਾਂਤੀ ਹਿਰਦੇ ਦੀ ਸਾਡੇ ਕੋਲੋਂ ਚਲੀ ਜਾਣੀ ਜੇ ਅਸੀਂ ਅਵੇਸਲੇ ਹੋ ਗਏ। ਤੇ ਜਿਵੇਂ ਦਾਲ ਸਬਜ਼ੀ ਚੰਗੀ ਬਣੀ ਹੋਵੇ, ਸਵਾਦਾਂ ਦੇ ਨਾਲ ਖਾਣ ਵਾਲਾ ਖਾਂਦਾ ਹੈ, ਪ੍ਰਸ਼ਾਦਾ ਚੰਗਾ ਬਣਿਆ ਹੋਵੇ ਤੇ ਉਹ ਸਵਾਦ ਨਾਲ ਰਸਨਾ ਦੇ ਜੀਭ ਦੇ ਰਸ 'ਚ ਫਸਿਆ ਹੋਇਆ ਸਵਾਦ ਨਾਲ ਰਸ ਲੈ ਲੈ ਖਾਂਦਾ ਹੈ। ਤੇ ਜੇ ਉਹੀ ਪ੍ਰਸ਼ਾਦਾ ਚੰਗਾ ਨਾ ਹੋਵੇ, ਸੜਿਆ ਹੋਵੇ, ਜਿੱਥੇ ਅਗਲੇ ਨੇ 2 ਖਾਣੇ ਉੱਥੇ ਕਹਿੰਦਾ ਅੱਧਾ ਹੀ ਦੇ ਦਿਓ ਬਹੁਤ ਹੈ, ਮੈਂ ਕਿਉਂ ਖਾਵਾਂ ਸੜੇ। ਤੇ ਦਾਲ ਜਿੱਥੇ ਅਗਲੇ ਨੇ ਵੱਧ ਖਾਣੀ ਹੈ, ਉੱਥੇ ਉਹ ਵੀ ਕਹਿੰਦਾ ਵੀ ਛੱਡੋ ਭਾਈ ਅਚਾਰ ਨਾਲ ਹੀ ਦੇ ਦਿਓ, ਸੜੀ ਹੋਈ ਕੌਣ ਖਾਵੇ। ਤੇ ਜੇ ਅਸੀਂ ਆਪਣੇ ਹਿਰਦੇ ਦੀ ਸ਼ਾਂਤੀ ਤੇ ਸਕੂਨ ਹੀ ਗਵਾ ਕੇ ਬਹਿ ਗਏ, ਸਾਡੇ ਕੋਲ ਰਹਿ ਕੀ ਗਿਆ? ਚਾਹੀਦਾ ਤੇ ਇਹ ਸੀ ਸਾਡੇ ਕੋਲ ਹਿਰਦੇ ਦੀ ਇਕਾਗਰਤਾ ਹੁੰਦੀ, ਸ਼ਾਂਤੀ ਹੁੰਦੀ, ਤੇ ਅਵੇਸਲਾਪਨ ਜ਼ਿੰਦਗੀ ਤੋਂ ਅਸੀਂ ਛੱਡ ਦਿੰਦੇ। ਤੇ ਭਗਤ ਜੀ ਕਹਿੰਦੇ ਰੱਬ ਨੂੰ ਚੇਤੇ ਕਰਨ ਲੱਗਿਆਂ ਅਵੇਸਲਾਪਨ ਛੱਡ ਕੇ ਚੇਤੇ ਕਰਿਆ ਕਰ, ਕਿਉਂਕਿ ਰਾਤ ਦਿਨ ਜਦੋਂ ਉਹਨੂੰ ਕੂਕ ਕੇ ਪੁਕਾਰੇਗਾ, ਆਵਾਜ਼ ਮਾਰੇਗਾ, ਕਦੇ ਨਾ ਕਦੇ ਤੇ ਉਹ ਤੇਰੀ ਆਵਾਜ਼ ਨੂੰ ਜ਼ਰੂਰ ਸੁਣੇਗਾ। ਕਬੀਰ ਕਾਇਆ ਕਜਲੀ ਬਨ ਪਿਆ, ਮਨ ਕੁੰਚਰ ਮਯ ਮੰਤ। ਜਿਨ੍ਹਾਂ ਨੇ ਅਵੇਸਲਾਪਨ ਨਹੀਂ ਛੱਡਿਆ, ਅਵੇਸਲੇ ਬਣੇ ਰਹੇ, ਭਗਤ ਜੀ ਕਹਿੰਦੇ ਉਹਨਾਂ ਦੀ ਨਾ ਜਿਹੜੀ ਹਾਲਤ ਹੈ ਉਹ ਇਦਾਂ ਦੀ ਬਣ ਗਈ ਜਿਵੇਂ ਕਜਲੀ ਬਨ ਪਿਆ। ਕਜਲੀ ਬਨ ਕਿਹਾ ਜਾਂਦਾ ਕੇਲਿਆਂ ਦੇ ਬਾਗ ਨੂੰ, ਅਸਲ ਵਿੱਚ ਲਫ਼ਜ਼ ਹੈ ਕਦਲੀ, ਦੱਦਾ। ਜਿੱਥੇ ਜੱਜਾ ਭਗਤ ਜੀ ਨੇ ਵਰਤਿਆ ਨਾ, ਉੱਥੇ ਆਮ ਕਰਕੇ ਜੋ ਵਰਤਿਆ ਜਾਂਦਾ ਦੱਦਾ ਵਰਤਿਆ ਜਾਂਦਾ। ਕੇਲਿਆਂ ਦਾ ਬਾਗ। ਕਹਿੰਦੇ ਹੁਣ ਮਨ ਜਿਹੜਾ ਨਾ, ਜਦੋਂ ਅਵੇਸਲਾ ਹੋ ਗਿਆ, ਜਦੋਂ ਅਸੀਂ ਰੱਬ ਨੂੰ ਚੇਤੇ ਕਰਦਿਆਂ ਹੋਇਆਂ ਅਵੇਸਲੇ ਹੋ ਗਏ, ਜਦੋਂ ਰੱਬ ਨੂੰ ਚੇਤੇ ਕਰਦਿਆਂ ਅਵੇਸਲਾਪਨ ਸਾਡੀ ਜ਼ਿੰਦਗੀ 'ਚ ਹੋਇਆ ਤੇ ਕਾਇਆ ਕਜਲੀ ਬਣ ਪਿਆ। ਕਾਇਆ ਨੇ ਬਣ ਜਾਣਾ ਕੇਲਿਆਂ ਦੇ ਬਾਗ ਵਰਗਾ। ਤੇ ਜਦੋਂ ਕੇਲਿਆਂ ਦੇ ਬਾਗ ਵਰਗਾ ਕਾਇਆ ਜਿਹੜੀ ਹੈ, ਇਹਦੇ 'ਚ ਮਨ ਰੂਪੀ ਹਾਥੀ ਉਹ ਵੜ ਗਿਆ ਤੇ ਹਾਥੀ ਵੀ ਬੇਵੱਸ ਹੋ ਜਾਏ ਤੇ ਬਾਗ ਦਾ ਕੀ ਛੱਡੇਗਾ ਹਾਥੀ? ਜੰਗਲ ਦੇ ਵਿੱਚ ਹਾਥੀ ਜਦੋਂ ਕਿਤੇ ਬੇਵੱਸ ਹੋ ਜਾਂਦਾ ਨਾ, ਬੇਕਾਬੂ ਹੋ ਜਾਂਦਾ, ਤੇ ਉਹ ਆਪਣੇ ਰਾਹ 'ਚ ਆਉਣ ਵਾਲੇ ਰੁੱਖਾਂ ਨੂੰ ਜੜੋਂ ਹੀ ਪੁੱਟ-ਪੁੱਟ ਕੇ ਸੁੱਟੀ ਜਾਂਦਾ। ਤੇ ਇਹ ਵੀ ਕਹਿ ਸਕਦੇ ਹਾਂ ਵੀ ਜੰਗਲ ਵਿੱਚ ਲੋੜੀਂਦਾ ਰੁੱਖ ਕੋਈ ਨਹੀਂ, ਕੋਈ ਬਹੁਤੇ ਜ਼ਿਆਦਾ ਲੋੜ ਵਾਲੇ ਸਾਡੇ
ਰੁੱਖ ਨਹੀਂ, ਕਿਉਂਕਿ ਅੱਜ ਦੇ ਸਮੇਂ 'ਚ ਅਸੀਂ ਜਿਹੜੀਆਂ ਚੀਜ਼ਾਂ ਸਾਡੀ ਲੋੜ ਵਾਲੀਆਂ ਅਸੀਂ ਉਹਨਾਂ ਦੇ ਬਾਗ ਲਾ ਲਏ, ਅਸੀਂ ਜੰਗਲਾਂ 'ਚੋਂ ਕਿੱਥੋਂ ਇਕੱਠੀਆਂ ਕਰਦੇ ਫਿਰਾਂਗੇ। ਜੇ ਜੰਗਲ ਵਿਚਲੇ ਰੁੱਖਾਂ ਨੂੰ ਹਾਥੀ ਨਹੀਂ ਛੱਡਦਾ, ਜੰਗਲ ਦਾ ਨੁਕਸਾਨ ਕਰ ਦਿੰਦਾ, ਜਿਹੜਾ ਬੇਵੱਸ ਹੋਇਆ ਹਾਥੀ ਹੈ, ਤੇ ਉਹੀ ਹਾਥੀ ਨੂੰ ਜੇ ਅਸੀਂ ਬਗੀਚੇ 'ਚ ਵਾੜ ਦਈਏ, ਬਾਗ 'ਚ ਵਾੜ ਦਈਏ, ਚਾਹੇ ਕਿਸੇ ਫਲ ਦਾ ਬਾਗ ਹੋਵੇ, ਕਿਸੇ ਵਸਤੂ ਦਾ ਕੋਈ ਬਾਗ ਹੋਵੇ, ਤੇ ਉਹਨੂੰ ਹਾਥੀ ਨੂੰ ਜਦੋਂ ਬਾਗ ਵਿੱਚ ਵਾੜਾਂਗੇ, ਬੇਵੱਸ ਹੋਏ ਬੇਕਾਬੂ ਹੋਏ ਹਾਥੀ ਨੂੰ, ਕੀ ਉਹ ਬਾਗ ਦਾ ਕੁਝ ਛੱਡੇਗਾ? ਉਹਨੇ ਤੇ ਬਾਗ ਵੀ ਉਜਾੜ ਹੀ ਦੇਣਾ ਨਾ। ਭਗਤ ਜੀ ਕਹਿੰਦੇ ਕਾਇਆ ਕਜਲੀ ਬਨ ਭਇਆ, ਮਨ ਕੁੰਚਰ ਮਏ ਮੰਤ। ਮਨ ਕੁੰਚਰ ਬਣ ਗਿਆ, ਤੇ ਕੁੰਚਰ ਬਣਿਆ ਹੋਇਆ ਮਨ ਜਿਹੜਾ ਨਾ, ਇਹ ਵੀ ਬੜਾ ਹਾਥੀ ਜਿਹੜਾ ਬਣਿਆ ਹੋਇਆ ਮਨ ਹੈ, ਇਹ ਵੀ ਮਸਤ ਹੋਇਆ ਪਿਆ। ਮੰਤ ਮਤਲਬ ਮਸਤ ਹੋਣਾ, ਆਪਣੀ ਤਾਕਤ ਦੇ ਨਸ਼ੇ 'ਚ ਕਹਿ ਲਓ, ਕਾਮ ਵਾਸ਼ਨਾ ਦੇ ਨਸ਼ੇ 'ਚ ਕਹਿ ਲਓ, ਹਾਥੀ ਮਸਤ ਹੋਇਆ ਪਿਆ, ਬੇਵੱਸ ਹੋਇਆ, ਬੇਕਾਬੂ ਹੋਇਆ। ਤੇ ਹੁਣ ਇਹਨੇ ਜਦੋਂ ਬਾਗ ਵਿੱਚ ਜਾਣਾ, ਇਹਨੇ ਕੀ ਕਰਨਾ? ਸਾਰੇ ਦੇ ਸਾਰੇ ਰੁੱਖ ਪੁੱਟ ਸੁੱਟਣੇ ਨੇ। ਇਹਨੇ ਨਹੀਂ ਵੇਖਣਾ ਕੇਲਿਆਂ ਨੂੰ ਫਲ ਲੱਗੇ ਨੇ ਜਾਂ ਰੁੱਖਾਂ ਨੂੰ ਫਲ ਲੱਗੇ ਹੋਏ, ਵੀ ਬੰਦੇ ਨੇ ਬੜੀ ਮਿਹਨਤ ਕੀਤੀ, ਬੜਾ ਸਮਾਂ ਉਹਨੇ ਉਡੀਕ ਕੀਤੀ, ਇੰਤਜ਼ਾਰ ਕੀਤਾ, ਤੇ ਐਡੇ ਲੰਮੇ ਇੰਤਜ਼ਾਰ ਤੋਂ ਬਾਅਦ ਵਿੱਚ ਅੱਜ ਆਹ ਬਨ ਉਸ ਮਾਲੀ ਦਾ ਬਣ ਕੇ ਤਿਆਰ ਹੋਇਆ ਹੈ, ਤੇ ਉਹਨੇ ਵਿਚਾਰੇ ਨੇ ਆ ਕੇ ਫਲ ਤੋੜਨੇ, ਤੇ ਫਲ ਤੋੜ ਕੇ ਉਹਦੀ ਮਿਹਨਤ ਦਾ ਉਹਨੂੰ ਫਲ ਮਿਲਣਾ, ਉਹਦੀ ਮਿਹਨਤ ਨੂੰ ਫਲ ਲੱਗਿਆ, ਤੇ ਉਹਨੇ ਆ ਫਲ ਤੋੜ ਕੇ ਵੇਚ ਕੇ ਤੇ ਆਪਣਾ ਗੁਜ਼ਰਾਨ ਵੀ ਕਰਨਾ, ਉਹਨੇ ਪ੍ਰੋਫਿਟ ਵੀ ਕਮਾਉਣਾ। ਉਹਨੇ ਇਹ ਕਿਸੇ ਬਾਤ ਨੂੰ ਹਾਥੀ ਨੇ ਨਹੀਂ ਵਿਚਾਰਨਾ, ਉਹਨੇ ਮਸਤੇ ਹੋਏ ਨੇ ਸਾਰੇ ਰੁੱਖ ਪੁੱਟ ਸੁੱਟਣੇ, ਫਲ ਸਾਰੇ ਉਜਾੜ ਦੇਣੇ, ਜਿੰਨੇ ਕੁ ਉਹਨੇ ਖਾਣੇ ਉਹਨੇ ਖਾ ਲੈਣੇ, ਬਾਕੀ ਉਹਨੇ ਤੋੜ ਤੋੜ ਸੁੱਟੀ ਜਾਣੇ। ਉਹਨੇ ਤਾਂ ਨਹੀਂ ਵਿਚਾਰਨਾ ਵੀ ਇਹਨੇ ਬਗੀਚੇ ਤੇ ਮਿਹਨਤ ਬੜੀ ਕੀਤੀ ਹੈ। ਤੇ ਜਦੋਂ ਇਹ ਸੰਸਾਰਕ ਤੌਰ ਤੇ ਇਦਾਂ ਹੀ ਜਦੋਂ ਮਨ ਹਾਥੀ ਮਸਤ ਜਾਂਦਾ ਹੈ ਨਾ, ਫਿਰ ਇਹ ਵੇਖਦਾ ਨਹੀਂ ਵੀ ਬੰਦੇ ਨੇ ਅੰਦਰ ਬਗੀਚਾ ਕਿੰਨਾ ਕੁ ਤਿਆਰ ਕੀਤਾ। ਅਧਿਆਤਮਿਕ ਤੌਰ ਤੇ ਇਹਨੇ ਬਗੀਚਾ ਬਾਗ ਕਿੰਨਾ ਕੁ ਤਿਆਰ ਕੀਤਾ। ਮਸਤੇ ਹੋਏ ਹਾਥੀ ਨੇ ਸਭ ਕੁਝ ਉਜਾੜ ਕੇ ਰੱਖ ਦੇਣਾ। ਸਗੋਂ ਸਤਿਗੁਰੂ ਨੇ ਤੇ ਬਾਣੀ ਦੇ ਵਿੱਚ ਨਾ ਇਸ ਮਸਤੇ ਹੋਏ ਹਾਥੀ ਨੂੰ ਇਹ ਵੀ ਕਿਹਾ ਸੀ, ਕਹਿੰਦੇ ਮਾਤਾ ਭੈਂਸਾ ਅਮੂਹਾਂ ਜਾਏ, ਕੁੱਦ ਕੁੱਦ ਚਰੈ ਰਸਾਤਲ ਪਾਏ। ਇਹ ਤੇ ਜਦੋਂ ਮਸਤ ਜਾਂਦਾ ਨਾ, ਫਿਰ ਅਮੂਹਾ ਹੀ ਹੋ ਜਾਂਦਾ ਹੈ। ਜਿਵੇਂ ਕੋਈ ਜਾਨਵਰ ਬੇਵੱਸ ਹੋ ਜਾਏ, ਅਮੂਹਾ ਹੋ ਜਾਏ, ਅਮੂਹਾ ਕਿਹਾ ਜਾਂਦਾ ਜਿਹਨੂੰ ਮੋੜਿਆ ਨਾ ਜਾਵੇ, ਮੋੜਿਆ ਨਾ ਜਾ ਸਕੇ, ਅਮੋੜ ਹੋ ਜਾਣਾ। ਤੇ ਉਹ ਜਿਹੜਾ ਅਮੋੜ ਹੋਇਆ ਜਾਨਵਰ ਹੈ ਨਾ, ਉਹਨੂੰ ਕਾਬੂ ਵਿੱਚ ਕਰਨਾ ਬਹੁਤ ਔਖਾ ਹੈ। ਹੁਣ ਬੇਕਾਬੂ ਹੋਇਆ, ਕੁਛ ਨਹੀਂ ਵੇਖਦਾ, ਜਿੱਧਰ ਨੂੰ ਜਾਂਦਾ ਦੌੜਿਆ ਹੀ ਜਾਂਦਾ। ਇਹ ਨਹੀਂ ਵੇਖਦਾ ਮੇਰੇ ਸਾਹਮਣੇ ਕੋਈ ਬੰਦਾ ਆ ਰਿਹਾ, ਇਹ ਨਹੀਂ ਵੇਖਦਾ ਮੇਰੇ ਸਾਹਮਣੇ ਕੋਈ ਦੂਜਾ ਜਾਨਵਰ ਆ ਰਿਹਾ, ਇਹ ਨਹੀਂ ਵੇਖਦਾ ਮੇਰੇ ਸਾਹਮਣੇ ਕੋਈ ਵਹੀਕਲ ਆ ਰਿਹਾ। ਜਿਹੜਾ ਵੀ ਆਇਆ ਉਹਨੇ ਉਹਦੇ 'ਚ ਟੱਕਰ ਹੀ ਮਾਰਨੀ, ਉਹਨੇ ਸੁੱਟ ਕੇ ਰੱਖ ਦੇਣਾ। ਸਤਿਗੁਰੂ ਕਹਿੰਦੇ ਬੰਦੇ ਦਾ ਮਨ ਨਾ ਭੈਂਸਾ ਬਣ ਗਿਆ, ਤੇ ਬਣਿਆ ਵੀ ਉਹ ਜਿਹੜਾ ਅਮੋੜ ਹੈ, ਮੁੜਦਾ ਨਹੀਂ। ਇਹ ਭੈਂਸੇ ਨੂੰ ਵਸ 'ਚ ਕਰਨ ਲਈ ਨਕੇਲ ਪਾਈ ਜਾਂਦੀ ਹੈ, ਤੇ ਜਿੰਨਾ ਚਿਰ ਮਨ ਨੂੰ ਨਕੇਲ ਨਹੀਂ ਨਾ ਪੈਂਦੀ, ਉਹਨਾਂ ਚਿਰ ਇਹ ਵੀ ਬੇਕਾਬੂ ਹੀ ਹੈ। ਤੇ ਹੁਣ ਇਹ ਹੋਇਆ ਵੀ ਬੇਕਾਬੂ। ਕਹਿੰਦੇ ਹੁਣ ਇਹਨੇ ਨਾ ਬੇਕਾਬੂ ਹੋਏ ਨੇ ਕੀ ਕੀਤਾ? ਭੱਜਣਾ ਸ਼ੁਰੂ ਕਰ ਲਿਆ। ਐਸਾ ਭੱਜਦਾ, ਕੁੱਦ ਕੁੱਦ ਕੇ, ਛਾਲਾਂ ਮਾਰ ਮਾਰ ਕੇ, ਚਰੈ ਨਾਲੇ ਚਰਦਾ, ਨਾਲੇ ਖੇਡ ਆਉਂਦਾ ਫਿਰਦਾ, ਮਿੱਟੀ ਡਾਉਂਦਾ ਫਿਰਦਾ। ਮਨ ਦੇ ਵੀ ਹਾਲਾਤ ਇਦਾਂ ਦੇ ਹੀ ਨੇ, ਨਾਲੇ ਤੇ ਅਮੋੜ ਹੋ ਗਿਆ, ਨਾਲੇ ਅਸੀਂ ਅਧਿਆਤਮਿਕ ਤੌਰ ਤੇ ਜਿੰਨੇ ਕੁ ਤਿਆਰ ਸਾਂ, ਚਾਹੇ ਅਸੀਂ 1% ਸਾਂ, ਚਾਹੇ 2% ਸਾਂ, ਚਾਹੇ 20 ਤੇ ਚਾਹੇ 50, ਪਰ ਜਦੋਂ ਮਨ ਬੇਕਾਬੂ ਹੋ ਗਿਆ ਨਾ, ਜਦੋਂ ਮਨ ਸਾਡੇ ਵੱਸ ਤੋਂ ਬਾਹਰ ਹੋ ਗਿਆ, ਉਹਨੇ ਸਾਰਾ ਕੁਝ ਹੀ ਉਜਾੜ ਕੇ ਰੱਖ ਦੇਣਾ। ਤੇ ਉਹ ਕੀ ਹੋਏਗਾ? ਖੇ ਹੀ ਪੈਣੀ ਨਾ ਮੁੜ ਕੇ ਸਿਰ 'ਚ। ਜਦੋਂ ਅਸੀਂ ਬੇਕਾਬੂ ਹੋਏ ਮਨ ਦੇ ਅਧੀਨ ਲੱਗ ਕੇ ਤੁਰਾਂਗੇ, ਡਰ ਕੇ ਉਹਦੇ ਤੋਂ ਤੁਰਾਂਗੇ, ਕਰਮ ਸਾਡੇ ਉਦਾਂ ਦੇ ਹੋਣਗੇ। ਜਦੋਂ ਕਰਮ ਮਾੜੇ ਹੋਏ, ਮਾੜੇ ਕਰਮਾਂ ਕਰਕੇ ਕੀ ਹੋਏਗਾ? ਖੇ ਪਏਗੀ। ਮਨ ਸਿਰ 'ਚ ਖੇ ਪਵਾ ਰਿਹਾ। ਹੁਣ
ਇਸ ਮਨ ਨੂੰ ਫਿਰ ਕਾਬੂ 'ਚ ਕਰਨ ਲਈ ਸਤਿਗੁਰੂ ਨੇ ਨਾਲ ਪ੍ਰੇਰਨਾ ਵੀ ਦਿੱਤੀ ਵੀ ਕਾਬੂ 'ਚ ਕਰਨਾ ਤੇ ਕਿੱਦਾਂ ਹੁੰਦਾ ਹੈ। ਕਾਇਆ ਕਾਚੀ ਕਾਰਵੀ ਕੇਵਲ ਕਾਚੀ ਤਾਤ। ਜਿੱਥੇ ਮਾਲਕ ਜੀ ਨੇ ਅੱਜ ਜ਼ਿਕਰ ਕੀਤਾ ਨਾ ਭਗਤ ਕਬੀਰ ਸਾਹਿਬ ਨੇ ਵੀ ਕਾਇਆ ਕਜਲੀ ਬਨ ਪਿਆ, ਇਹ ਕਾਇਆ ਬਨ ਬਣਿਆ ਪਿਆ ਭਾਈ, ਕੇਲਿਆਂ ਦਾ ਬਨ ਹੈ, ਬੜਾ ਸੋਹਣਾ ਬਗੀਚਾ ਹੈ ਤੇ ਇਹਦੇ ਵਿੱਚ ਨਾ ਮਨ ਰੂਪੀ ਹਾਥੀ, ਇਹਨੂੰ ਆਪਣੇ ਵੱਸ 'ਚ ਕਰਕੇ ਰੱਖ। ਹਾਥੀ ਜਿਹੜਾ ਨਾ ਉਹ ਦੋ ਕਿਸਮਾਂ ਦੇ ਨਾਲ ਵਿਚਰਦਾ, ਇੱਕ ਤੇ ਬੇਕਾਬੂ ਹੋ ਕੇ, ਬੇਕਾਬੂ ਹੋਇਆ ਹਾਥੀ ਬਗੀਚੇ ਨੂੰ ਉਜਾੜ ਦਿੰਦਾ ਹੈ। ਇੱਕ ਹਾਥੀ ਉਹ ਹੈ ਜਿਹਨੂੰ ਕਾਬੂ 'ਚ ਕਰਕੇ ਰੱਖਿਆ ਜਾਂਦਾ। ਜਿਹੜਾ ਕਾਬੂ 'ਚ ਕਰਕੇ ਰੱਖਿਆ ਜਾਂਦਾ ਨਾ, ਵੱਸ ਵਿੱਚ ਹੁੰਦਾ, ਉਹ ਕੁਛ ਉਜਾੜਦਾ ਨਹੀਂ, ਉਹ ਭਲਾ ਕਰਦਾ ਹੈ। ਵੇਖ ਲਓ ਆਮ ਕਰਕੇ ਹਾਥੀ ਜਿਹੜੇ ਲੈ ਕੇ ਫਿਰ ਰਹੇ ਉਹਨਾਂ ਦੇ ਕਾਬੂ 'ਚ ਹੈ, ਉਹਦੇ ਸਿਰ ਤੇ ਇੱਕ ਕੁੰਡਾ ਲੈ ਕੇ ਬੈਠਾ ਮਹਾਵਤ, ਉਹ ਆਪਣੀ ਕਮਾਈ ਦਾ ਸਾਧਨ ਬਣਾ ਕੇ ਫਿਰ ਰਹੇ ਨੇ। ਸਰਕਸ ਦੇ ਵਿੱਚ ਹਾਥੀ ਕਿੰਨੀ ਤਰ੍ਹਾਂ ਦੇ ਤਮਾਸ਼ੇ ਵਿਖਾਉਂਦਾ, ਉਹ ਕਮਾਈ ਦਾ ਸਾਧਨ ਬਣਿਆ ਹੋਇਆ। ਹੁਣ ਜੇ ਉਸੇ ਸਰਕਸ ਦੇ ਵਿੱਚ ਬੇਕਾਬੂ ਹੋਇਆ ਹਾਥੀ ਅਸੀਂ ਲਿਆ ਕੇ ਛੱਡ ਦਈਏ ਤੇ ਕੀ ਹੋਏਗਾ? ਉਹਨੇ ਜਿਹੜੇ ਬੈਠੇ ਵੇਖਣ ਵਾਲੇ ਉਹਨਾਂ ਨੂੰ ਵੀ ਕੁਚਲ ਦੇਣਾ, ਤੇ ਜਿਹੜਾ ਬੰਦਾ ਸਰਕਸ ਵਿਖਾਉਣ ਵਾਲਾ ਹੋ ਸਕਦਾ ਉਹਨੂੰ ਵੀ ਕੁਚਲਦਾ ਏ, ਤੇ ਉਹਦੀ ਕਮਾਈ ਦਾ ਸਾਧਨ ਵੀ ਖਤਮ ਹੋ ਗਿਆ। ਜਿਹੜੇ ਬੈਠੇ ਵੇਖ ਰਹੇ ਸਨ, ਧਨ ਵੀ ਤੇ ਉਹਨਾਂ ਨੇ ਹੀ ਦੇਣਾ ਨਾ, ਪੈਸੇ ਵੀ ਤੇ ਉਹਨਾਂ ਹੀ ਦੇਣੇ ਵੀ ਤੂੰ ਤਮਾਸ਼ਾ ਵਿਖਾ ਰਿਹਾ ਭਾਈ, ਸਾਨੂੰ ਬੜਾ ਵਧੀਆ ਲੱਗਿਆ, ਲੈ ਤੇਰੇ ਪੈਸੇ ਲੈ ਜਾ। ਨਾ ਉਹਨਾਂ ਤਮਾਸ਼ਾ ਵੇਖਿਆ, ਹਾਥੀ ਨੇ ਉਹ ਵੀ ਕੁਚਲਤੇ। ਨਾ ਤਮਾਸ਼ਾ ਵਿਖਾਉਣ ਵਾਲਾ ਤਮਾਸ਼ਾ ਵਿਖਾ ਸਕਿਆ, ਹਾਥੀ ਨੇ ਉਹਨੂੰ ਵੀ ਕੁਚਲਤਾ। ਉਹਨੂੰ ਬੈਨੀਫਿਟ ਵੀ ਕੋਈ, ਨੁਕਸਾਨ ਹੀ ਨੁਕਸਾਨ ਹੈ। ਮਨ ਰੂਪੀ ਹਾਥੀ ਜਦੋਂ ਬੇਕਾਬੂ ਹੋ ਜਾਏਗਾ, ਇਹਨੇ ਲਾਹ ਕੁਝ ਨਹੀਂ ਦੇਣਾ, ਇਹਨੇ ਜ਼ਿੰਦਗੀ ਵਿੱਚ ਨੁਕਸਾਨ ਹੀ ਕਰਨਾ ਹੈ। ਤੇ ਸਤਿਗੁਰੂ ਕਹਿੰਦੇ ਜੇ ਹੁਣ ਤੂੰ ਆਪਣੀ ਜ਼ਿੰਦਗੀ ਵਿੱਚ ਲਾਹਾ ਚਾਹੁੰਦਾ ਤੇ ਫਿਰ ਆਹ ਕਰਮ ਆਪਣੇ ਜੀਵਨ ਵਿੱਚ ਸਿੱਖ ਲਾ। ਅੰਕਸ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਹੁਣ ਏਦਾਂ ਕਰ, ਹਾਥੀ ਨੂੰ ਕਾਬੂ 'ਚ ਕਰਨ ਲਈ ਨਾ ਇੱਕ ਮਹਾਵਤ ਤੇ ਇੱਕ ਕੁੰਡਾ, ਆ ਦੋ ਚੀਜ਼ਾਂ ਚਾਹੀਦੀਆਂ ਨੇ। ਮਹਾਵਤ ਜਿਹੜਾ ਹਾਥੀ ਨੂੰ ਚਲਾਉਣ ਵਾਲਾ, ਤੇ ਹਾਥੀ ਨੂੰ ਚਲਾਉਣ ਲਈ ਹੱਥ ਵਿੱਚ ਮਹਾਵਤ ਇੱਕ ਕੁੰਡਾ ਰੱਖਦਾ, ਤੇ ਉਹ ਕੁੰਡਾ ਜਿਹੜਾ ਨਾ ਉਹ ਲੋਹੇ ਦਾ ਹੁੰਦਾ, ਅੱਗੋਂ ਤਿੱਖਾ ਕੀਤਾ ਹੁੰਦਾ। ਜਦੋਂ ਕਿਤੇ ਹਾਥੀ ਆਪਣਾ ਜ਼ੋਰ ਵਿਖਾਉਣ ਲੱਗਦਾ ਤੇ ਮਹਾਵਤ ਜ਼ੋਰ ਨਾਲ ਉਹਦੇ ਸਿਰ ਉੱਥੇ ਮਾਰਦਾ, ਸਿਰ ਦੇ ਉੱਤੇ, ਤੇ ਉਹ ਫਿਰ ਕਾਬੂ ਵਿੱਚ ਰਹਿੰਦਾ, ਕਦੇ ਬੇਕਾਬੂ ਨਹੀਂ ਹੁੰਦਾ। ਐਵੇਂ ਨਹੀਂ ਸੀ ਮਾਲਕ ਗੁਰੂ ਅਮਰਦਾਸ ਨੇ ਕਿਹਾ, ਹਸਤੀ ਸਿਰ ਜਿਉ ਅੰਕਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਸੱਜਣਾ, ਜਿਵੇਂ ਹਾਥੀ ਨੂੰ ਕਾਬੂ 'ਚ ਕਰਨ ਲਈ ਕੁੰਡਾ ਚਾਹੀਦਾ ਨਾ, ਏਦਾਂ ਹੀ ਮਨ ਨੂੰ ਕਾਬੂ 'ਚ ਕਰਨ ਲਈ ਤੈਨੂੰ ਗਿਆਨ ਚਾਹੀਦਾ ਹੈ, ਗਿਆਨ ਦਾ ਕੁੰਡਾ। ਜਿੱਥੇ ਗਿਆਨ ਦਾ ਕੁੰਡਾ ਚਾਹੀਦਾ ਉੱਥੇ ਨਾਲ ਮਹਾਵਤ ਵੀ ਚਾਹੀਦਾ। ਕੁੰਡੇ ਨੇ ਆਪੇ ਕਾਬੂ 'ਚ ਨਹੀਂ ਕਰਨਾ, ਮਹਾਵਤ ਵੀ ਚਾਹੀਦਾ। ਤੇ ਮਹਾਵਤ ਕੌਣ ਹੈ? ਗੁਰੂ ਨੂੰ ਮਹਾਵਤ ਬਣਾ ਕੇ ਚੱਲ। ਮਨ ਕਾਬੂ 'ਚ ਕਰਨਾ ਦੋ ਚੀਜ਼ਾਂ ਲੈ ਕੇ ਚੱਲ, ਇੱਕ ਗਿਆਨ ਤੇ ਦੂਜਾ ਗੁਰੂ ਰੂਪ ਮਹਾਵਤ। ਇਹ ਜਦੋਂ ਦੋਵੇਂ ਹੋਣਗੇ ਤੇਰੇ ਕੋਲ ਨਾ, ਤੇਰਾ ਮਨ ਰੂਪੀ ਹਾਥੀ ਕਦੇ ਬੇਕਾਬੂ ਹੋ ਹੀ ਨਹੀਂ ਸਕਦਾ। ਤੇ ਸਤਿਗੁਰੂ ਨੇ ਬਕਾਇਦਾ ਜ਼ਿਕਰ ਕੀਤਾ ਸੀ, ਕਿਉਂਕਿ ਮਨ ਨੇ ਜਦੋਂ ਵੀ ਕਾਬੂ 'ਚ ਆਉਣਾ ਨਾ, ਉਦੋਂ ਗਿਆਨ ਕਾ ਬੱਧਾ ਮਨ ਰਹੈ। ਮਨ ਨੇ ਗਿਆਨ ਦੇ ਬੱਧੇ ਹੋਏ ਨਹੀਂ ਰਹਿਣਾ, ਟਿਕਣਾ। ਤੇ ਜੇ ਸਾਡੇ ਕੋਲ ਗਿਆਨ ਨਹੀਂ ਨਾ, ਮਨ ਸਾਡੇ ਕਾਬੂ 'ਚ ਨਹੀਂ ਆਏਗਾ। ਮਨ ਨੂੰ ਕਾਬੂ 'ਚ ਕਰਨ ਲਈ ਗਿਆਨ ਦਾ ਹੋਣਾ ਲਾਜ਼ਮੀ। ਤੇ ਨਾਲ ਫਿਰ ਇਹ ਵੀ ਜ਼ਿਕਰ ਕੀਤਾ, ਗੁਰ ਬਿਨ ਗਿਆਨ ਨਾ ਹੋਏ। ਸੱਜਣਾ, ਗਿਆਨ ਮਿਲਣਾ ਵੀ ਗੁਰੂ ਕੋਲੋਂ ਹੈ। ਜੇ ਤੇਰੇ ਕੋਲ ਗੁਰੂ ਹੈ ਤੂੰ ਗਿਆਨ ਲੈ ਲੇਗਾ, ਤੇ ਜੇ ਤੇਰੇ ਕੋਲ ਗੁਰੂ ਨਹੀਂ ਤੈਨੂੰ ਗਿਆਨ ਵੀ ਨਹੀਂ ਮਿਲਣਾ। ਮਨ ਤੇ ਕਾਬੂ 'ਚ ਆਉਣਾ ਹੀ ਕਦੇ ਨਹੀਂ। ਛੱਡ ਦੇ ਆਸ ਵੀ ਤੇਰਾ ਮਨ ਕਾਬੂ 'ਚ ਆਏਗਾ। ਤੇ ਬਕਾਇਦਾ ਸਤਿਗੁਰੂ ਨੇ ਬਾਣੀ 'ਚ ਆਖਿਆ ਸੀ, ਮਨ ਵਸ ਆਵੇ ਨਾਨਕਾ, ਜੇ
ਪੂਰਨ ਕਿਰਪਾ ਹੋਏ ਸੱਜਣਾ, ਮਨ ਤੇ ਉਦਣ ਹੀ ਕਾਬੂ 'ਚ ਆਏਗਾ ਜਿੱਦਣ ਕਿਰਪਾ ਦਾ ਤੂੰ ਪਾਤਰ ਬਣ ਜਾਏਗਾ। ਜਿਉ ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ। ਗੁਰੂ ਦੇ ਸ਼ਬਦ ਨੇ ਤੇਰੇ ਮਨ ਨੂੰ ਸਹਾਰਾ ਦੇਣਾ, ਕਾਬੂ 'ਚ ਕਰਨਾ। ਤੇਰੇ ਇਸ ਮਨ ਰੂਪੀ ਮਸਤੇ ਹੋਏ ਹਾਥੀ ਨੂੰ ਜੇ ਭਲਿਆ ਤੂੰ ਆਪਣੇ ਕਾਬੂ ਵਿੱਚ ਕਰਨਾ ਚਾਹੁੰਦਾ ਹੈ, ਤੇ ਕਾਬੂ ਵਿੱਚ ਕਰਨ ਦੇ ਲਈ ਤੈਨੂੰ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਚਾਹੀਦਾ। ਜਿੱਥੇ ਗੁਰੂ ਦਾ ਗਿਆਨ ਚਾਹੀਦਾ ਉੱਥੇ ਗੁਰੂ ਨੂੰ ਹੀ ਆਖ ਸਤਿਗੁਰੂ ਰਹਿਮਤ ਕਰ ਤੇ ਇਸ ਮਸਤੇ ਹੋਏ ਹਾਥੀ ਰੂਪੀ ਮਨ ਨੂੰ ਆਪਣੇ ਕਾਬੂ ਵਿੱਚ ਕਰ ਲਾ, ਤਾਂ ਜੋ ਮੇਰੇ ਅੰਦਰਲੇ ਬਨ ਨੂੰ ਕਿਤੇ ਇਹ ਉਜਾੜ ਨਾ ਦਵੇ। ਮੈਂ ਆਪਣੇ ਬਨ ਦੀ, ਆਪਣੇ ਬਗੀਚੇ ਦੀ ਸੰਭਾਲ ਕਰ ਸਕਾਂ, ਮੈਂ ਇਹਦੇ ਤੋਂ ਲਾਭ ਲੈ ਸਕਾਂ, ਇਹ ਹਾਥੀ ਮੇਰਾ ਨੁਕਸਾਨ ਨਾ ਕਰੇ। ਇੱਥੇ ਭਗਤ ਜੀ ਨੇ ਆਖਿਆ ਅੰਕਸ਼ ਗਿਆਨ ਰਤਨ ਹੈ। ਗਿਆਨ ਰੂਪ ਅੰਕਸ਼ ਜਿਹੜਾ ਇੱਕ ਬੜੀ ਕੀਮਤੀ ਚੀਜ਼ ਹੈ। ਗਿਆਨ ਵੈਸੇ ਵੀ ਬਹੁਤ ਕੀਮਤੀ ਹੈ। ਖੇਵਟ ਕਿਹਾ ਜਾਂਦਾ ਮਲਾਹ ਨੂੰ। ਬਿਰਲਾ ਸੰਤ ਗੁਰੂ ਨੂੰ ਮਲਾਹ ਬਣਾ ਲਾ ਤੇ ਗਿਆਨ ਨੂੰ ਅੰਕਸ਼ ਬਣਾ ਲਾ। ਜਿੱਦਣ ਬਣ ਗਏ ਉਦਣ ਮਨ ਕਾਬੂ ਵਿੱਚ ਹੈ। ਤੇ ਮਨ ਨੂੰ ਕਾਬੂ 'ਚ ਕਰਨ ਦਾ ਤਰੀਕਾ ਵੀ ਇੱਕ ਹੀ ਹੈ, ਕੋਈ ਦੂਜਾ ਨਹੀਂ। ਅਸੀਂ ਕੋਈ ਇਹ ਨਹੀਂ ਕਹਿ ਸਕਦੇ ਵੀ ਮੈਂ ਸ਼ਾਇਦ ਕੋਈ ਹੋਰ ਤਰੀਕਾ ਵਰਤ ਲਾਂ ਤੇ ਮਨ ਕਾਬੂ 'ਚ ਆ ਜਾਏਗਾ। ਮਨ ਨੇ ਜਿੱਦਣ ਕਾਬੂ 'ਚ ਆਉਣਾ ਉਦਣ ਗਿਆਨ ਦੇ ਸਦਕਾ ਹੀ ਆਉਣਾ। ਤੇ ਗਿਆਨ ਸੰਸਾਰਕ ਨਹੀਂ। ਸੰਸਾਰਕ ਗਿਆਨ ਸਾਡੇ ਮਨ ਨੂੰ ਬੇਕਾਬੂ ਕਰਦਾ ਹੈ। ਜਿੰਨਾ ਸੰਸਾਰਕ ਗਿਆਨ ਸਾਡਾ ਵੱਧਦਾ ਜਾਂਦਾ ਨਾ, ਉਨਾ ਹੀ ਮਨ ਬੇਕਾਬੂ ਹੁੰਦਾ ਜਾਂਦਾ। ਜਿੰਨਾ ਸੰਸਾਰਕ ਗਿਆਨ ਵੱਧਦਾ ਜਾਂਦਾ, ਮਨ ਉਨਾ ਹੀ ਬੇਵਸ ਹੁੰਦਾ ਜਾਂਦਾ ਹੈ। ਸੰਸਾਰਕ ਗਿਆਨ ਹੋਣਾ ਲਾਜ਼ਮੀ ਹੈ। ਦੁਨੀਆ ਵਿੱਚ ਰਹਿਣ ਦੇ ਲਈ ਦੁਨਿਆਵੀ ਗਿਆਨ ਵੀ ਚਾਹੀਦਾ ਹੈ, ਪਰ ਮਨ ਨੂੰ ਕਾਬੂ 'ਚ ਕਰਨ ਲਈ ਦੁਨਿਆਵੀ ਨਹੀਂ, ਮਨ ਨੂੰ ਕਾਬੂ 'ਚ ਕਰਨ ਲਈ ਗੁਰੂ ਦਾ ਗਿਆਨ ਚਾਹੀਦਾ ਹੈ। ਦੁਨਿਆਵੀ ਗਿਆਨ ਨੇ ਸਾਡੇ ਅੰਦਰ ਲੋਭ ਪੈਦਾ ਕਰਨਾ। ਦੁਨਿਆਵੀ ਗਿਆਨ ਨੇ ਸਾਡੇ ਮਨ ਵਿੱਚ ਵਿਕਾਰ ਪੈਦਾ ਕਰਨੇ। ਜਦੋਂ ਦੁਨਿਆਵੀ ਗਿਆਨ ਦੇ ਨਾਲ ਨਾਲ ਸਾਡੇ ਕੋਲ ਗੁਰੂ ਦਾ ਗਿਆਨ ਹੋਏਗਾ ਨਾ, ਫਿਰ ਗੁਰੂ ਦਾ ਗਿਆਨ ਸਾਡੇ ਅੰਦਰ ਕਦੇ ਲੋਭ ਨਹੀਂ ਆਉਣ ਦਿੰਦਾ। ਗੁਰੂ ਦਾ ਗਿਆਨ ਸਾਡੇ ਅੰਦਰ ਕਦੇ ਕੋਈ ਵਿਕਾਰ ਨਹੀਂ ਪੈਦਾ ਹੋਣ ਦੇਗਾ। ਉਹ ਗੁਰੂ ਦੇ ਗਿਆਨ ਨੇ ਸਾਡੇ ਦੁਨਿਆਵੀ ਗਿਆਨ ਨੂੰ ਵੀ ਸਫਲ ਕਰ ਦੇਣਾ, ਜੇ ਸਾਡੇ ਕੋਲ ਗੁਰੂ ਦਾ ਗਿਆਨ ਹੈ ਤੇ। ਨਹੀਂ ਤੇ ਵੇਖ ਲਓ, ਸੰਸਾਰਕ ਤੌਰ ਤੇ ਜਿਨ੍ਹਾਂ ਕੋਲ ਬਹੁਤਾ ਗਿਆਨ ਹੈ ਅੱਜ ਕਿੱਡੇ ਲੋਭੀ ਹੋਏ ਫਿਰਦੇ ਨੇ। ਡਾਕਟਰ ਨੂੰ ਰੱਬ ਨੇ ਗਿਆਨ ਦਿੱਤਾ ਵੀ ਤੂੰ ਸਮਾਜ ਦੀ ਸੇਵਾ ਕਰ ਸਕੇ, ਤੇ ਡਾਕਟਰ ਨੇ ਤੇ ਲੁੱਟਣਾ ਹੀ ਸ਼ੁਰੂ ਕਰ ਲਿਆ। ਹੁਣ ਗਿਆਨ ਨੇ ਲੋਭੀ ਬਣਾ ਹੀ ਦਿੱਤਾ ਨਾ। ਜਿਸ ਕਾਰਜ ਲਈ ਸੱਜਣਾ ਤੈਨੂੰ ਗਿਆਨ ਮਿਲਿਆ, ਤੂੰ ਤੇ ਸ਼ੁਕਰ ਕਰ ਵੀ ਰੱਬ ਨੇ ਇੰਨੇ ਮਨੁੱਖਾਂ ਦੇ ਵਿੱਚੋਂ ਤੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਵੀ ਤੂੰ ਜੇ ਕੋਈ ਰੋਗੀ ਹੈ, ਜੇ ਕੋਈ ਸਰੀਰ ਕਰਕੇ ਤਕਲੀਫ ਵਿੱਚ ਹੈ, ਤੇ ਤੂੰ ਉਹਦੀ ਹੈਲਪ ਕਰ ਸਕੇ, ਸਹਾਇਤਾ ਕਰ ਸਕੇ। ਬੜੀ ਚੰਗੀ ਗੱਲ ਹੈ। ਰੱਬ ਨੇ ਤੈਨੂੰ ਇੰਨਾ ਚੰਗਾ ਗੁਣ ਦੇ ਕੇ ਨਵਾਜਿਆ। ਉਹਨੇ ਤੈਨੂੰ ਇੰਨੇ ਮਨੁੱਖਾਂ ਚੋਂ ਚੁਣਿਆ, ਤੈਨੂੰ ਡਾਕਟਰ ਬਣਾਇਆ ਉਹਨੇ। ਤੇਰਾ ਤੇ ਰੋਮ ਰੋਮ ਸ਼ੁਕਰ ਗੁਜ਼ਾਰਦਾ ਉਸ ਮਾਲਕ ਦਾ ਵੀ ਅਕਾਲ ਪੁਰਖ ਜੀ ਧੰਨਵਾਦ ਤੁਹਾਡਾ, ਤੁਸੀਂ ਇੰਨਾ ਗੁਣ ਨਹੀਂ। ਤੇ ਬੜੇ ਤੁਰੇ ਫਿਰਦੇ ਜਿਹੜੇ ਆਪਣੇ ਆਪ ਨੂੰ ਚਾਹੁੰਦੇ ਸਨ ਵੀ ਸਾਡੇ ਕੋਲ ਆਹ ਪੋਸਟ ਹੋਵੇ, ਅਸੀਂ ਵੀ ਕਿਤੇ ਆਹ ਕਾਰਜ ਵਿੱਚ ਅਗਾਂਹ ਵੱਧਦੇ, ਪਰ ਨਹੀਂ, ਕਿਸੇ ਨਾ ਕਿਸੇ ਰੀਜ਼ਨ ਕਰਕੇ ਨਹੀਂ ਵੱਧ ਸਕੇ। ਤੂੰ ਸੱਜਣਾ ਇੰਨੀ ਸੋਹਣੀ ਪੋਸਟ ਤੇ ਪਹੁੰਚੇ ਹੈ, ਤੇਰਾ ਫਰਜ਼ ਬਣਦਾ ਸੀ ਵੀ ਤੂੰ ਓਨਾ ਕੀ ਖਰਚਾ ਲਵੇਂ ਜਿੰਨਾ ਕੁ ਬਣਦਾ ਹੈ। ਤੇਰਾ ਫਰਜ਼ ਤੇ ਬਣਦਾ ਸੀ ਵੀ ਖਰਚਾ ਓਨਾ ਕੁ ਲਵੇਂ ਜਿੰਨਾ ਕੁ ਬਣਦਾ। ਜੇ ਕੋਈ ਨਹੀਂ ਦੇ ਸਕਦਾ ਨਾ, ਤੇ ਤੂੰ ਹੱਥ ਜੋੜ ਕੇ ਉਹਨੂੰ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਸੱਜਣਾ, ਰੱਬ ਨੇ ਮੈਨੂੰ ਗਿਆਨ ਦਿੱਤਾ ਹੈ, ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਤੇਰੀ ਸਹਾਇਤਾ ਵੀ ਕਰਾਂਗਾ। ਫਿਰ ਤੇ ਮੰਨਦੇ ਵੀ ਤੂੰ ਸੱਚਮੁੱਚ ਗੁਰੂ ਦੇ ਗਿਆਨ ਨੂੰ ਆਪਣੇ ਕੋਲ ਰੱਖਿਆ, ਤੇ ਸੰਸਾਰਕ ਗਿਆਨ ਨੇ ਤੇਰਾ ਘਰ ਉਜਾੜਿਆ ਨਹੀਂ। ਪਰ ਤੂੰ ਗੁਰੂ ਦੇ ਗਿਆਨ ਨੂੰ ਤੇ ਇੱਕ ਪਾਸੇ ਰੱਖਤਾ। ਅਧਿਆਤਮਿਕ ਗਿਆਨ ਜਿਹੜਾ ਉਹਨੂੰ ਇੱਕ ਪਾਸੇ ਰੱਖਤਾ। ਅਧਿਆਤਮਿਕ ਗਿਆਨ ਇੱਕ ਪਾਸੇ ਰੱਖ ਕੇ ਤੇ ਤੂੰ ਤੇ ਲੋਕਾਂ ਨੂੰ ਲੁੱਟਣ ਤੇ ਲੱਗੇ। ਜੇ ਕੋਈ 5 ਰੁਪਏ ਕਹਿ ਦਿੰਦਾ ਮੇਰੇ ਕੋਲ ਨਹੀਂ, ਤੇ ਸੱਜਣਾ ਤੂੰ ਇਲਾਜ ਕਰਨ ਤੋਂ ਵੀ ਗੁਰੇਜ਼ ਕਰ ਦੇਣਾ ਵੀ ਜਾ ਪਹਿਲੋਂ ਲੈ ਕੇ ਆ,
ਫਿਰ ਇਲਾਜ ਕਰਾਂਗਾ। ਤੇ ਜੇ ਕਹਿ ਦੇ ਨਾ ਕੋਈ ਮੇਰੇ ਕੋਲ ਦਵਾਈ ਜੋ ਕਿ ਪੈਸੇ ਨਹੀਂ, ਤੇ ਤੂੰ ਇਹ ਵੀ ਕਹਿ ਦਿੰਦਾ ਵੀ ਜਾ ਦਵਾਈ ਵੀ ਫਿਰ ਉਦੋਂ ਹੀ ਲੈ ਲਈ ਜਦੋਂ ਪੈਸੇ ਹੋਣਗੇ। ਤੂੰ ਤੇ ਲੋਭੀ ਬਣ ਗਿਆ। ਔਰ ਖਿਮਾ ਕਰਿਓ, ਮੈਂ ਬਚਨ ਵਰਤਨ ਲੱਗਿਆ, ਕਿਤੇ ਨਾ ਕਿਤੇ ਇਸ ਕਾਰਜ ਵਿੱਚ ਨਾ ਮਾਂ-ਬਾਪ ਦਾ ਵੀ ਰੋਲ ਹੈ। ਪਿਤਾ ਨੇ ਪਤਾ ਕਿਉਂ ਆਪਣੀ ਬੱਚੀ ਜਾਂ ਬੱਚੇ ਨੂੰ ਡਾਕਟਰ ਬਣਾਇਆ? ਵੀ 4 ਪੈਸੇ ਅਸੀਂ ਜੋੜ ਲਾਂਗੇ, ਵੀ ਮੇਰੀ ਬੱਚੀ ਡਾਕਟਰ ਬਣ ਜੇ, ਬਸ ਫਿਰ ਕਮਾਈ ਕਮਾਈ ਹੈ, ਚੱਲ ਧੀਏ ਮੈਂ ਤੈਨੂੰ ਡਾਕਟਰ ਬਣਾਉਣਾ। ਜਾਂ ਮੇਰਾ ਬੱਚਾ ਡਾਕਟਰ ਬਣ ਜੇ, ਫਿਰ ਕਮਾਈ ਹੈ, ਅਸੀਂ ਜਿੰਨੇ ਪੈਸੇ ਮੰਗਣੇ ਲੋਕਾਂ ਨੇ ਸਾਨੂੰ ਦੇਈ ਜਾਣੇ, ਚੱਲ ਵੀ ਮੇਰੇ ਪੁੱਤਰਾ ਤੂੰ ਡਾਕਟਰ ਬਣ ਜਾ। ਹੁਣ ਜਿੱਦਾਂ ਦੀ ਸਿੱਖਿਆ ਦੇ ਕੇ ਪਿਤਾ ਨੇ ਤੋਰਿਆ ਸੀ ਪਹਿਲੇ ਦਿਨ ਮੈਡੀਕਲ ਕਾਲਜ 'ਚ ਜਾਣ ਲਈ, ਪੁੱਤਰ ਨੇ ਤੇ ਉਹੀ ਸੋਚ ਲੈ ਕੇ ਜਾਣਾ ਨਾ, ਧੀ ਨੇ ਤੇ ਉਹੀ ਸੋਚ ਲੈ ਕੇ ਜਾਣਾ। ਉਹਦੇ ਅੰਦਰ ਕਿੱਥੋਂ ਸੋਚ ਆ ਜਾਏਗੀ ਵੀ ਕੱਲ ਨੂੰ ਮੈਂ ਜੇ ਡਾਕਟਰ ਬਣ ਜਾਨੀ ਆ ਜਾਂ ਡਾਕਟਰ ਬਣ ਜਾਣਾ ਆ, ਮੈਂ ਸਮਾਜ ਦੀ ਸੇਵਾ ਕਰਨੀ, ਉਹ ਕਿੱਥੋਂ ਸੋਚ ਲੈ ਆਏਗੀ? ਪਿਤਾ ਨੇ ਤਾਂ ਤੁਰਨ ਲੱਗਿਆ ਕਹਿ ਕੇ ਭੇਜਿਆ ਹੀ, ਕੋਈ ਸੇਵਾ ਨਹੀਂ ਕਰਨੀ। ਆਪਾਂ ਤੇ ਆਪਣਾ ਹਸਪੀਟਲ ਖੋਲਣਾ, ਤੇ ਉਸ ਹਸਪੀਟਲ 'ਚ ਜਿਹੜਾ ਵੀ ਆਇਆ ਨਾ, ਜਾਣ ਕਿਸੇ ਨੂੰ ਨਹੀਂ ਦੇਣਾ। ਤੇ ਉਹ ਪੁੱਤਰ ਜਾਂ ਧੀ ਸਮਾਜ ਸੇਵਕ ਕਿੱਦਾਂ ਬਣ ਜਾਏਗਾ? ਤੇ ਮਨ ਕਾਬੂ 'ਚ ਕਿੱਥੋਂ ਆ ਜਾਏਗਾ? ਜਿਹੜਾ ਦਿਨ ਰਾਤ ਹੀ ਇਸ ਪਾਸੇ ਤੁਰਿਆ ਫਿਰਦਾ ਵੀ ਮੈਂ ਲੋਕਾਂ ਨੂੰ ਕਿਵੇਂ ਲੁੱਟ ਸਕਦਾ, ਤੇ ਉਹਦਾ ਮਨ ਤੇ ਕਾਬੂ 'ਚ ਨਹੀਂ ਨਾ ਆਉਣਾ। ਇਸੇ ਕਰਕੇ ਜਦੋਂ ਵੀ ਸਤਿਗੁਰੂ ਜੀ ਕਹਿੰਦੇ ਤੇਰਾ ਮਨ ਬੇਕਾਬੂ ਹੋਣ ਲੱਗੇ ਨਾ, ਤੇ ਬੇਕਾਬੂ ਹੋਏ ਮਨ ਨੂੰ ਗੁਰੂ ਦਾ ਗਿਆਨ ਦਿਆ ਕਰ, ਤਾਂ ਹੀ ਇਹਨੇ ਕਾਬੂ 'ਚ ਆਉਣਾ। ਤੇ ਜੇ ਗੁਰੂ ਦਾ ਗਿਆਨ ਨਾ ਦੇ ਸਕਿਆ, ਸੰਸਾਰਕ ਗਿਆਨ ਨੇ ਤੇਰਾ ਅੰਦਰਲਾ ਬਨ ਬਗੀਚਾ ਉਜਾੜ ਕੇ ਰੱਖ ਦੇਣਾ ਹੈ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੇ ਖੋਲ। ਹੁਣ ਇੱਥੇ ਕਹਿੰਦੇ ਰਾਮ ਰਤਨ, ਰੱਬ ਦਾ ਨਾਮ ਰੂਪੀ ਰਤਨ। ਮੁਖ ਮੂੰਹ ਸਾਡਾ, ਕੋਥਰੀ ਮਤਲਬ ਇੱਕ ਗੁਥਲੀ ਕਹਿ ਲਓ, ਪੋਟਲੀ। ਪਾਰਖ ਆਗੇ ਖੋਲ, ਪਾਰਖ ਮਤਲਬ ਪਾਰਖੂ। ਹੁਣ ਇੱਥੇ ਪੋਟਲੀ ਉਹ ਨਹੀਂ ਵੀ ਜਿਹੜੀ ਗਠਲੀ ਬੰਨੀ ਹੋਵੇ ਤੇ ਉਹ ਖੋਲਣੀ, ਮੁਖ ਰੂਪੀ ਗਠਲੀ ਜਿਹੜੀ, ਮੂੰਹ ਰੂਪੀ ਜਿਹੜੀ ਉਹ ਹੈ ਨਾ ਗੁਥਲੀ, ਪੋਟਲੀ ਹੈ ਜਿਹੜੀ, ਪਾਰਖ ਆਗੇ ਖੋਲ। ਭਗਤ ਜੀ ਕਹਿੰਦੇ ਜੇ ਤੇਰੇ ਕੋਲ ਰਾਮ ਰਤਨ ਹੈ, ਤੂੰ ਸੱਚਮੁੱਚ ਰੱਬ ਨੂੰ ਚੇਤੇ ਕਰਦਾ, ਤੇ ਆ ਜਿਹੜਾ ਤੇਰਾ ਮੁੱਖ ਰੂਪੀ ਪੋਟਲੀ ਹੈ ਨਾ, ਇਹ ਕਿਸੇ ਪਾਰਖੂ ਅੱਗੇ ਖੋਲਿਆ ਕਰ। ਮਤਲਬ ਆਪਣੀ ਜ਼ੁਬਾਨ ਤੋਂ ਕਿਸੇ ਪਾਰਖੂ ਅੱਗੇ ਬੋਲਿਆ ਕਰ, ਐਵੇਂ ਜਣੇ ਖਣੇ ਅੱਗੇ ਨਾ ਬੋਲਦਾ ਰਿਹਾ ਕਰ। ਜੇ ਤੇਰੇ ਕੋਲ ਰਾਮ ਰੂਪੀ ਰਤਨ ਹੈ, ਰੱਬ ਦਾ ਨਾਮ ਰੂਪੀ ਰਤਨ ਹੀਰਾ ਤੇਰੇ ਕੋਲ ਹੈ, ਕੀਮਤੀ ਪਦਾਰਥ ਤੇਰੇ ਕੋਲ ਨੇ, ਤੇ ਸੱਜਣਾ ਜ਼ੁਬਾਨ ਆਪਣੀ ਨੂੰ ਆਪਣੇ ਕਾਬੂ 'ਚ ਰੱਖਿਆ ਕਰ। ਤੇ ਜੇ ਕਿਤੇ ਖੋਲਣ ਦੀ ਲੋੜ ਪਵੇ, ਮੁੱਖ ਖੋਲਣ ਦੀ ਜ਼ਰੂਰਤ ਪਵੇ, ਤੇ ਉੱਥੇ ਬੋਲੀ, ਉੱਥੇ ਖੋਲੀ ਜਿੱਥੇ ਕੋਈ ਅੱਗੇ ਪਾਰਖੂ ਬੈਠਾ ਹੋਵੇ। ਕੋਈ ਆਏ ਮਿਲੇ ਗੋ ਗਾਹਕੀ, ਲੇਗੋ ਮਹਿੰਗੇ ਮੋਲ। ਕਿਉਂਕਿ ਜੇ ਤੇ ਕੋਈ ਆ ਗਿਆ ਗਾਹਕ ਜਿਹੜਾ ਪਾਰਖੂ ਹੋਇਆ, ਫਿਰ ਤੇ ਉਹ ਮਹਿੰਗੇ ਮੁੱਲ 'ਚ ਤੇਰੇ ਤੋਂ ਖਰੀਦ ਲਏਗਾ, ਮਤਲਬ ਤੇਰੀ ਵਿਚਾਰ ਸੁਣ ਲਏਗਾ। ਹੁਣ ਇੱਥੇ ਗੱਲ ਹੈ ਬੋਲਣ ਦੀ, ਵਿਚਾਰ ਕਰਨ ਦੀ, ਜਿਹਨੂੰ ਆਪਾਂ ਇੱਕ ਸ਼ਬਦ ਪੜ੍ਹ ਲੈਨੇ, ਸੰਤ ਮਿਲੇ ਕਿਛ ਸੁਣੀਐ ਕਹੀ ਹੈ, ਮਿਲੇ ਅਸੰਤ ਮਸਤ ਕਰ ਰਹੀ ਹੈ। ਜੇ ਤੇ ਕੋਈ ਰੱਬ ਦਾ ਪਿਆਰਾ, ਹੁਣ ਪਾਰਖੂ ਮਤਲਬ ਜਿਹੜਾ ਰੱਬੀ ਪਿਆਰਾ ਹੋਏਗਾ, ਜਦੋਂ ਸੱਜਣਾ ਤੂੰ ਕਿਤੇ ਬੈਠੇ ਆ, ਇਸ ਗੱਲ ਦਾ ਖਿਆਲ ਕਰੀ ਵੀ ਉਸ ਜਗ੍ਹਾ ਤੇ ਬੈਠੇ ਕਿੱਦਾਂ ਦੇ ਨੇ, ਜਿਹੜਾ ਇਕੱਠ ਹੈ ਉਸ ਜਗ੍ਹਾ ਤੇ ਇਕੱਠ ਵਿੱਚ ਲੋਕ ਕਿੱਦਾਂ ਦੇ ਬੈਠੇ ਨੇ। ਜੇ ਤੇ ਸੱਚਮੁੱਚ ਪਾਰਖੂ ਬੈਠੇ, ਰੱਬੀ ਪਿਆਰੇ ਬੈਠੇ ਨੇ, ਫਿਰ ਤੇ ਉੱਥੇ ਤੂੰ ਬੈਠ ਕੇ ਵਿਚਾਰ ਕਰ ਲਾ,
ਉਹਨਾਂ ਨਾਲ 4 ਬਾਤਾਂ ਉਹਨਾਂ ਨਾਲ ਕਰ, ਉਹਨਾਂ ਕੋਲੋਂ 4 ਬਾਤਾਂ ਪੁੱਛ, ਉਹਨਾਂ ਦੇ ਕੋਲੋਂ 4 ਬਾਤਾਂ ਸਿੱਖ। ਜੇ ਤੇ ਰੱਬੀ ਪਿਆਰੇ ਬੈਠੇ ਨੇ ਫਿਰ ਤੇ ਤੇਰਾ ਬੋਲਣਾ ਜਾਇਜ਼ ਹੈ। ਪਰ ਜੇ ਉਸ ਜਗ੍ਹਾ ਦੇ ਉੱਤੇ ਕੋਈ ਪਾਰਖੂ ਨਹੀਂ ਬੈਠਾ, ਰੱਬੀ ਪਿਆਰਾ ਨਹੀਂ ਬੈਠਾ, ਤੇ ਤੂੰ ਕੋਸ਼ਿਸ਼ ਕਰ ਮਿਲੇ ਅਸੰਤ ਮਸਤ ਕਰ ਰਹੀ ਹੈ, ਤੂੰ ਚੁੱਪ ਹੀ ਰਹਿ, ਬੋਲਣ ਦੀ ਲੋੜ ਹੀ ਕੋਈ ਨਹੀਂ। ਉਹ ਬੋਲਦੇ ਨੇ ਬੋਲਣ ਦੇ, ਪਰ ਤੈਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ, ਤੂੰ ਚੁੱਪ ਰਹਿ। ਕਿਉਂਕਿ ਜੇ ਤੇ ਹੋਇਆ ਕੋਈ ਪਾਰਖੂ ਅੱਗੇ, ਫਿਰ ਤੂੰ ਬੋਲੇਗਾ, ਤੇਰੇ ਇੱਕ ਇੱਕ ਬੋਲ ਦੀ ਕੀਮਤ ਪਏਗੀ, ਇੱਕ ਇੱਕ ਸ਼ਬਦ ਦੀ ਕੀਮਤ ਪਏਗੀ। ਤੇ ਜੇ ਕੋਈ ਪਾਰਖੂ ਨਾ ਹੋਇਆ, ਸੱਜਣਾ ਤੇਰੇ ਬੋਲੇ ਹੋਏ ਬੋਲ ਵੀ ਅਜਾਈ ਜਾਣੇ, ਕੀਮਤ ਤੇ ਤੈਨੂੰ ਕੀ ਮਿਲਣੀ ਹੈ? ਤੇਰੀ ਵਰਤੀ ਹੋਈ એનર્ਜੀ, ਤੇਰੀ ਵਰਤੀ ਹੋਈ ਊਰਜਾ ਵੀ ਅਜਾਈ ਜਾਏਗੀ। ਕੀਮਤ ਤੇਰੇ ਬੋਲਾਂ ਦੀ ਕੋਈ ਨਹੀਂ ਪੈਣੀ, ਕਿਉਂਕਿ ਜਿਹੜੀਆਂ ਗੱਲਾਂ ਤੂੰ ਕਰਨ ਲੱਗਾ ਸੱਜਣਾ, ਉਹ ਸਾਰਿਆਂ ਦੇ ਉੱਪਰੋਂ ਲੰਘਣ ਵਾਲੀਆਂ ਹੀ ਨੇ ਤੇ ਉਹਨਾਂ ਦੇ ਉੱਤੋਂ ਲੰਘ ਜਾਣੀਆਂ ਨੇ। ਇਸ ਲਈ ਨਾ ਸਤਿਗੁਰੂ ਜੀ ਨੇ ਬਾਣੀ 'ਚ ਇੱਕ ਬੜੀ ਵਧੀਆ ਪ੍ਰੇਰਨਾ ਦਿੱਤੀ ਸੀ, ਕਿਉਂਕਿ ਬੋਲਣ ਨੂੰ ਲੈ ਕੇ ਗੁਰਬਾਣੀ ਨੇ ਸਾਨੂੰ ਬਹੁਤ ਕੁਝ ਸਿਖਾਇਆ ਵੀ ਸਾਨੂੰ ਕੀ ਬੋਲਣਾ ਚਾਹੀਦਾ, ਕਿੱਦਾਂ ਬੋਲਣਾ ਚਾਹੀਦਾ, ਕਿੰਨਾ ਕੁ ਬੋਲਣਾ ਚਾਹੀਦਾ। ਇਹ ਸਾਰਾ ਕੁਝ ਗੁਰਬਾਣੀ ਸਿਖਾਉਂਦੀ ਸਾਨੂੰ। ਬਾਣੀ ਤੇ ਇੱਥੋਂ ਤੱਕ ਵੀ ਕਹਿੰਦੀ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਬਾਣੀ ਨੇ ਤੇ ਇੱਥੋਂ ਤੱਕ ਵੀ ਆਖਿਆ, ਰੱਬ ਨਾਲੋਂ ਟੁੱਟੇ ਦਾ ਬੋਲਣਾ ਤੇ ਏਦਾਂ ਮੰਨੋ ਜਿਵੇਂ ਹਨੇਰੀ ਚੱਲਦੀ ਹੋਵੇ। ਰੱਬ ਨਾਲੋਂ ਟੁੱਟੇ ਦਾ ਬੋਲਣਾ ਏਦਾਂ ਹੈ, ਮੰਨੋ ਜਿਵੇਂ ਹਨੇਰੀ ਚੱਲਦੀ ਹੋਵੇ, ਤੇ ਕਿੰਨਾ ਕੁ ਚਿਰ ਚੱਲੇਗੀ। ਤੇ ਬੋਲਣ ਲਈ ਸਾਨੂੰ ਕੀ ਸਿਖਾਇਆ? ਇੱਥੋਂ ਤੱਕ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ, ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾ ਸੱਟੀਐ, ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਬੋਲਣਾ ਫਿੱਕਾ ਕਿੰਨਾ ਕੁ ਬੋਲ ਸਕਦਾ? ਆਹ ਨਤੀਜਾ ਫਿੱਕਾ ਬੋਲਣ ਦਾ। ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਉਹਨੂੰ ਸਿਆਣਾ ਕੋਈ ਨਹੀਂ ਕਹਿੰਦਾ। ਤੇ ਮਿਲਦਾ ਕੀ ਹੈ? ਪਾਣਾ ਲਹੈ ਸਜਾਏ। ਉਹਨੂੰ ਪਾਣਾ ਦਾ ਮਤਲਬ ਹੁੰਦਾ ਜੁੱਤੀਆਂ, ਉਹਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਜਿਹੜਾ ਫਿੱਕਾ ਬੋਲਦਾ। ਫਿੱਕਾ ਬੋਲਣ ਨਾਲ ਕੀ ਹੁੰਦਾ? ਤਨ ਮਨ ਫਿੱਕਾ ਹੋਏ, ਉਹ ਵੀ ਉਦਾਂ ਦਾ ਹੀ ਹੋ ਜਾਂਦਾ। ਜਿਹੜਾ ਤਨ ਹੈ ਉਹ ਵੀ ਫਿੱਕਾ ਹੋ ਜਾਂਦਾ, ਮਨ ਹੈ ਉਹ ਵੀ ਫਿੱਕਾ ਹੋ ਜਾਂਦਾ। ਬੋਲਣਾ ਕੀ ਸੀ? ਜਿਤ ਬੋਲਿਆ ਪਤ ਪਾਈ ਹੈ, ਸੋ ਬੋਲਿਆ ਪ੍ਰਵਾਨ। ਸੱਜਣਾ ਉਹ ਬੋਲੀ ਜਿਹੜੇ ਬੋਲਣ ਨਾਲ ਇੱਜ਼ਤ ਮਿਲੇ, ਉਹੀ ਬੋਲਿਆ ਹੋਇਆ ਰੱਬ ਦੇ ਦਰ ਤੇ ਪ੍ਰਵਾਨ ਹੁੰਦਾ। ਤੇ ਉਹ ਬੋਲ ਬੋਲ ਕੇ ਕੀ ਲੈਣਾ ਜਿਸ ਬੋਲ ਦੇ ਨਾਲ ਪਤ ਤੱਕ ਰੁਲ ਜਾਏ, ਇੱਜ਼ਤ ਤੱਕ ਰੁਲ ਜਾਏ। ਇਸ ਲਈ ਰਾਮ ਰਤਨ ਮੁਖ ਕੋਥਰੀ, ਜਿਹੜੀ ਆ ਮੁਖ ਰੂਪੀ ਤੇਰੀ ਪੋਟਲੀ ਹੈ ਨਾ, ਇਹਦੇ ਚ ਰਾਮ ਰੂਪੀ ਰਤਨ ਬੜੇ ਕੀਮਤੀ ਨੇ। ਤੇ ਇਹਨਾਂ ਰਤਨਾਂ ਨੂੰ ਸੰਭਾਲ ਕੇ ਰੱਖ। ਜਿਹਨੂੰ ਭਗਤ ਕਬੀਰ ਸਾਹਿਬ ਨੇ ਆਖਿਆ ਸੀ, ਕਹਿੰਦੇ ਕਬੀਰ ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨਾ ਖੋਲ। ਜੇ ਰਾਮ ਪਦਾਰਥ ਮਿਲ ਗਿਆ ਨਾ, ਗੱਠੜੀ ਖੋਲੀ ਨਾ। ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਿਉਂਕਿ ਉੱਥੇ ਨਾ ਕੋਈ ਪਾਰਕੂ ਬੈਠਾ, ਨਾ ਕੋਈ ਵਪਾਰ ਕਰਨ ਵਾਲਾ ਬੈਠਾ, ਨਾ ਹੀ ਉੱਥੇ ਕਿਸੇ ਕੋਲ ਮੁੱਲ ਹੈ, ਤੇ ਨਾ ਹੀ ਕੋਈ ਜਾਣਦਾ ਇਹਦੀ ਕੀਮਤ ਕੀ ਹੈ ਜਿਹੜੀ ਚੀਜ਼ ਤੂੰ ਲੈ ਕੇ ਬੈਠਾ। ਸਤਿਗੁਰੂ ਨੇ ਆਖਿਆ ਨਾ, ਵਿਣ ਗਾਹਕ ਗੁਣ ਵੇਚੀ ਹੈ, ਤੋ ਗੁਣ ਸਹਗੋ ਜਾਏ। ਗੁਣ ਕਾ ਗਾਹਕ ਜੇ ਹੋਵੇ, ਤੋ ਗੁਣ ਲਾਖ ਵਕਾਏ। ਬੰਦਾ ਗੁਣ ਭਰਪੂਰ ਹੋਵੇ। ਗੁਣ ਬਹੁਤ ਹੈ ਬੰਦੇ ਕੋਲ, ਪਰ ਜਿੱਥੇ ਵੇਚਣ ਗਿਆ ਨਾ, ਉੱਥੇ ਇਹ ਨਹੀਂ ਪਤਾ ਵੀ ਇਸ ਗੁਣ ਨੂੰ ਵਰਤੀ ਦਾ ਕਿੰਨਾ ਹੈ।
ਉੱਥੇ ਪਾਰਖੂ ਕੋਈ ਨਹੀਂ ਗੁਣਾਂ ਦਾ। ਹੁਣ ਉੱਥੇ ਲੋਕਾਂ ਨੇ ਜਦ ਮੁੱਲ ਲਾਉਣਾ ਤੇ ਕੀ ਲਾਉਣਗੇ? ਉਹਨਾਂ ਨੇ ਤੇ ਆਪਣੀ ਮਰਜ਼ੀ ਨਾਲ ਹੀ ਮੁੱਲ ਲਾਉਣਾ ਨਾ, ਵੀ ਇੰਨੇ ਕੁ ਲੈ ਲਾ, ਉਹਨੇ ਕਹਿਣਾ ਇੰਨੇ ਕੁ ਲੈ ਲਾ, ਤੀਜਾ ਆਏਗਾ ਉਹਨੇ ਕਹਿਣਾ ਇੰਨੇ ਕੁ। ਪਾਰਖੂ ਹੀ ਨਹੀਂ ਕੋਈ। ਤੇ ਤੇਰਾ ਗੁਣ ਜਿਹੜਾ ਨਾ ਸਜਣਾ ਉਹ ਸਸਤਾ ਵਿਕ ਜਾਣਾ। ਤੋ ਗੁਣ ਸਹਿਗੋ ਜਾਏ, ਸਹਿਗੋ ਮਤਲਬ ਸਸਤਾ। ਪਰ ਦੂਜੇ ਪਾਸੇ ਇਹ ਵੀ ਖਿਆਲ ਰੱਖੀ, ਗੁਣ ਕਾ ਗਾਹਕ ਜੇ ਹੋਵੇ, ਤੇ ਜਿਹੜਾ ਗੁਣ ਤੇਰੇ ਕੋਲ ਹੈ ਨਾ, ਜੇ ਉਹਦਾ ਕੋਈ ਗਾਹਕ ਆ ਗਿਆ ਤੇ ਫਿਰ ਖਿਆਲ ਰੱਖੀ, ਤੋ ਗੁਣ ਲੱਖ ਵਕਾਏ, ਫਿਰ ਤੇਰਾ ਗੁਣ ਲੱਖਾਂ ਦੀ ਕੀਮਤ ਦਾ। ਤੇ ਜੇ ਤੇਰੇ ਗੁਣ ਦਾ ਕੋਈ ਗਾਹਕ ਨਹੀਂ, ਤੇਰੇ ਗੁਣ ਦਾ ਪਾਰਖੂ ਕੋਈ ਨਹੀਂ, ਤੇ ਫਿਰ ਉਹ ਕੌਡੀਆਂ ਦੇ ਭਾਅ ਦਾ ਹੀ ਹੈ। ਜਿਵੇਂ ਇੱਕ ਬੰਦੇ ਨੇ ਚੰਗੀ ਕਹਿ ਲੋ ਵੀ ਨੌਲੇਜ ਇਕੱਠੀ ਕੀਤੀ ਮੋਟਰ ਵਹੀਕਲ ਨੂੰ ਸਰਵਿਸ ਕਰਨ ਲਈ, ਚੰਗਾ ਬਣ ਗਿਆ, ਉਹ ਕਹਿ ਲਈਏ ਵੀ ਪਰਫੈਕਟ ਕਹਿ ਸਕਦੇ ਹਾਂ ਵੀ ਬਣ ਗਿਆ, ਬੜੀ ਵਧੀਆ ਸਰਵਿਸ ਕਰਨੀ ਸਿੱਖ ਗਿਆ, ਸਾਰਾ ਕੁਝ ਸਿੱਖ ਗਿਆ। ਬਦਕਿਸਮਤੀ ਨੂੰ ਚਲਾ ਉਹ ਥਾਂ ਤੇ ਗਿਆ ਜਿੱਥੇ ਕਿਸੇ ਕੋਲ ਮੋਟਰ ਵਹੀਕਲ ਹੀ ਨਹੀਂ। ਹੁਣ ਉੱਥੇ ਜਾ ਕੇ ਲੋਕਾਂ ਨੂੰ ਕਹਿੰਦਾ ਮੈਂ ਗੱਡੀਆਂ ਦਾ ਇੰਜੀਨੀਅਰ ਹੁੰਨਾ, ਤੇ ਲੋਕਾਂ ਨੇ ਤੇ ਇਹੀ ਕਹਿਣਾ ਲੈ ਕਈ ਫੜ ਤੇ ਇੱਥੇ ਮਿੱਟੀ ਪੁੱਟ ਪਾਈ, ਇੱਥੇ ਗੱਡੀ ਕਿਸੇ ਕੋਲ ਨਹੀਂ। ਤੇ ਜਿੰਨਾ ਕੁ ਟੋਆ ਪੱਟ ਲੇਗਾ ਉਨੇ ਕੁ ਪੈਸੇ ਲੈ ਜੀ। ਤੇ ਹੁਣ ਉਹ ਸ਼ਾਮ ਤੱਕ ਭਾਵੇਂ 4 ਫੁੱਟ ਦਾ ਹੀ ਟੋਆ ਪੱਟੇ, ਉਹਨੂੰ 4 ਫੁੱਟ ਦੇ ਹੀ ਪੈਸੇ ਮਿਲਣੇ। ਉਹਨਾਂ ਨੇ ਇਹ ਨਹੀਂ ਕਹਿਣਾ ਭਾਈ ਇੰਜੀਨੀਅਰ ਹੈ, ਗੱਡੀਆਂ ਸਰਵਿਸ ਕਰਦਾ, ਗੱਡੀਆਂ ਬਣਾ ਵੀ ਲੈਂਦਾ, ਇਹਨੂੰ 4 ਵੱਧ ਦੇ ਦਿਓ। ਉਹਨਾਂ ਨੇ ਉਨੇ ਕੀ ਦੇਣੇ ਜਿੰਨੇ ਕੁ ਉਹਨਾਂ ਦੇ ਏਰੀਏ 'ਚ ਚੱਲਦੇ ਨੇ, ਦੇ ਕੇ ਤੋੜ ਦੇਣਗੇ। ਉਹਨੇ ਵੀ ਮੱਥੇ ਤੇ ਹੱਥ ਮਾਰਨਾ ਵੀ ਕੀ ਫਾਇਦਾ ਹੋਇਆ, 10 ਸਾਲ ਖਰਾਬ ਕੀਤੇ, ਆ 400-400 ਰੁਪਈਆ ਇਕੱਠਾ ਕਰਦਾ ਫਿਰ। ਹੁਣ ਉਹ ਕਹਿੰਦਾ ਵੀ ਇਦਾਂ ਤੇ ਗੱਲ ਨਹੀਂ ਬਣਨੀ। ਫਿਰ ਉਹਨੇ ਕੀ ਕੀਤਾ, ਹੁਣ ਉਹਨੇ ਖੋਜ ਕਰਨੀ ਸ਼ੁਰੂ ਕੀਤੀ ਵੀ ਮੈਂ ਜਾਵਾਂ ਕਿਹੜੇ ਇਲਾਕੇ ਵਿੱਚ। ਹੁਣ ਜਦੋਂ ਖੋਜ ਕਰਨ ਲੱਗਾ ਉਸ ਇਲਾਕੇ 'ਚ ਪਹੁੰਚਿਆ ਜਿੱਥੇ ਇੱਕ ਘਰ 'ਚ 2-2 4-4 ਗੱਡੀਆਂ ਖੜੋਤੀਆਂ ਸਨ। ਉਸ ਇਲਾਕੇ 'ਚ ਉਹਨੇ ਜਾ ਕੇ ਇੱਕ ਨਿੱਕੀ ਜਿਹੀ ਵਰਕਸ਼ਾਪ ਵਾਲੀ, ਨਿੱਕੀ ਜਿਹੀ, ਕਿਉਂਕਿ ਅਜੇ ਕੰਮ ਦੀ ਸ਼ੁਰੂਆਤ ਹੈ, ਨਿੱਕੀ ਜਿਹੀ ਵਰਕਸ਼ਾਪ ਪਾ ਕੇ ਬਹਿ ਗਿਆ। ਹੁਣ ਦਿਨ ਰਾਤ ਗੱਡੀਆਂ ਦੀ ਸਰਵਿਸ ਕਰਦਾ ਹੈ। ਪਹਿਲੇ ਦਿਨ ਹੀ ਜਦੋਂ ਸਰਵਿਸ ਕਰਨ ਲੱਗਾ, ਸ਼ਾਮ ਪੈਂਦੀ ਨੂੰ ਚੰਗੇ ਰੁਪਈਏ ਇਕੱਠੇ ਕਰ ਲਏ। ਉਹਦੇ ਗੁਣ ਦਾ ਜਦੋਂ ਮੁੱਲ ਪਿਆ ਨਾ, ਬੜਾ ਪ੍ਰਸੰਨ ਹੋਇਆ। ਬਸ ਆਹੀ ਹਾਲਾਤ ਹੈ। ਜੇ ਤੇ ਰਾਮ ਰੂਪੀ ਰਤਨ ਸਾਡੇ ਕੋਲ ਹੈ, ਅਸੀਂ ਪਾਰਖੂ ਅੱਗੇ ਖੋਲਾਂਗੇ ਨਾ ਤੇ ਮੁੱਲ ਹੀ ਮੁੱਲ ਹੈ। ਤੇ ਜੇ ਪਾਰਖੂ ਤੋਂ ਬਿਨਾ ਖੋਲ ਲਿਆ ਫਿਰ ਮੁੱਲ ਤੇ ਕੀ ਮਿਲਣਾ। ਸਾਡਾ ਗੁਣ ਦੀ ਵੀ ਕਹਿ ਸਕਦੇ ਹਾਂ, ਹਿਮਾ ਕਰਿਓ ਮੈਂ ਬਚਨ ਵਰਤਨ ਲੱਗਿਆ, ਇੱਕ ਇਨਸਲਟ ਹੈ ਵੀ ਇੰਨਾ ਗੁਣ ਹੋਣ ਦੇ ਬਾਵਜੂਦ ਵੀ ਅਸੀਂ ਇੰਨਾ ਕੁ ਮੁੱਲ ਜਿਹੜਾ ਉਹ ਲੈ ਰਹੇ ਹਾਂ। ਭਗਤ ਕਬੀਰ ਸਾਹਿਬ ਨੇ ਅੱਜ ਸਮਝਾਇਆ, ਭਾਈ ਬੋਲਣ ਲੱਗਿਆਂ ਖਿਆਲ ਕਰਿਆ ਕਰ, ਜੇ ਕੋਈ ਰੱਬੀ ਪਿਆਰਾ ਬੈਠਾ ਤੇ ਆਪਣਾ ਮੁੱਖ ਰੂਪੀ ਪੋਟਲੀ ਖੋਲ ਲਾ, ਉਹਦੇ ਵਿੱਚ ਕੁਝ ਲੈ ਕੇ ਪਾ ਲਾ, ਉਹਦੇ ਵਿੱਚ ਕੁਝ ਸਿੱਖ ਉਹਦੇ ਕੋਲੋਂ, ਰੱਬ ਦੇ ਪਿਆਰੇ ਕੋਲੋਂ। ਕਿਉਂਕਿ ਜਦੋਂ ਵੀ ਫਿਰ ਕਿਤੇ ਰੱਬੀ ਪਿਆਰਿਆਂ 'ਚ ਬੈਠੇਗਾ ਤੇ ਕੀ ਹੋਏਗਾ, ਕੋਈ ਆਏ ਮਿਲੇਗੋ ਗਾਹਕੀ, ਜਦੋਂ ਕੋਈ ਗਾਹਕ ਵਧੀਆ ਮਿਲ ਗਿਆ, ਲੇਗੋ ਮਹਿੰਗੇ ਮੋਲ, ਉਹ ਤੇਰੇ ਇੱਕ ਇੱਕ ਬੋਲ ਨੂੰ ਬੜੇ ਮਹਿੰਗੇ ਮੁੱਲ 'ਚ ਲੈ ਕੇ ਜਾਏਗਾ। ਤੇ ਜੇ ਤੇਰੇ ਕੋਲ ਗਾਹਕ ਨਾ ਆਇਆ, ਉਹ ਇੱਕ ਇੱਕ ਬੋਲ ਦੀ ਇਨਸਲਟ ਵੀ ਕਰਕੇ ਜਾਏਗਾ ਵੀ ਤੂੰ ਕਿੱਥੇ ਬਣਿਆ ਫਿਰਦਾ ਵੱਡਾ ਭਗਤ, ਇਹਨੂੰ ਕੀ ਕਹੀ ਜਾਂਦਾ। ਇਸ ਤਰ੍ਹਾਂ ਦੇ ਫਿਰ ਹਾਲਾਤ ਜਿਹੜੇ ਉਹ ਬਣ ਜਾਂਦੇ। ਸਤਿਗੁਰੂ ਪਾਤਸ਼ਾਹ ਕਿਤੇ ਰਹਿਮਤ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ। ਕਿਤੇ ਮਾਲਕ ਜੀ ਦੇ ਨਾਮ ਰੂਪੀ ਰਤਨ ਨੂੰ ਸੰਭਾਲਣ ਦੀ ਜਾਚ ਆ ਜਾਏ। ਤੇ ਸਤਿਗੁਰੂ ਅੱਗੇ ਅਰਦਾਸ ਕਰਦੇ ਆ, ਨਿਤਾ ਪ੍ਰਤੀ ਇਹ ਅਰਜ਼ੋਈ ਜ਼ਰੂਰ ਕਰਿਆ ਕਰੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ
ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੇ ਖੋਲਹ। ਕੋਈ ਆਏ ਮਿਲੈ ਗੋ ਗਾਹਕੀ, ਲੇਗੋ ਮਹਿੰਗੇ ਮੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।